ठीक है। मिलाप के तंबू ਆਪਾਂ पिछले समय तो सीखते आ रहे हैं, जिदा ਤੁਹਾਨੂੰ ਕੱਲ ਦੱਸਿਆ ਸੀਗਾ। मिलाप के तंबू 'ਚ ਅਸੀਂ ਜਿਹੜੀ ਜਦੋਂ ਇਸ ਵਿਸ਼ੇ ਨੂੰ ਸਿੱਖਦੇ ਹੋਏ ਯਾਦ ਰੱਖਣੀ ਗੱਲ ਆ ਉਹ ਇਹ ਆ ਕਿ ਮਿਲਾਪ ਦਾ ਤੰਬੂ ਜਿੱਦਾਂ ਤੰਬੂ ਲੱਗਿਆ ਹੋਇਆ ਤੁਸੀਂ ਦੇਖਦੇ ਗੱਭੇ ਇੱਕ ਤੰਬੂ ਆ, ਕਨਾਤ ਲੱਗੀ ਹੋਈ ਆ, ਉਹ ਪਰਮੇਸ਼ਰ ਦਾ ਤੰਬੂ ਆ। ਆਸੇ-ਪਾਸੇ ਲੱਖਾਂ ਤੰਬੂ ਹੈਗੇ ਆ, ਉਹ ਇਜ਼ਰਾਈਲੀ ਲੋਕਾਂ ਦੇ ਤੰਬੂ। ਤਸਵੀਰ ਵੀ ਦੇਖ ਲਓ ਧਿਆਨ ਦੇ ਨਾਲ। ਜਿਹੜਾ ਵਿਚਕਾਰ ਆ ਉਹ ਕਿਹਦਾ ਤੰਬੂ ਆ? ਪਰਮੇਸ਼ਰ ਦਾ ਤੰਬੂ। ਪਰਮੇਸ਼ਰ ਨੇ ਇੱਛਾ ਜ਼ਾਹਰ ਕੀਤੀ ਸੀ ਮੇਰੇ ਲਈ ਭਵਨ ਬਣਾਓ, ਇੱਕ ਤੰਬੂ ਬਣਾਓ ਤਾਂ ਕਿ ਮੈਂ ਵੀ ਤੁਹਾਡੇ ਵਿਚਕਾਰ ਵਾਸ ਕਰਾਂ। ਔਰ ਉਹਦਾ ਆਪਾਂ ਗੱਲਾਂ ਨੂੰ ਸਿੱਖਿਆ ਕਿ ਜਦੋਂ 40 ਦਿਨ ਦਾ ਸਫ਼ਰ 40 ਸਾਲ ਦਾ ਹੋ ਗਿਆ ਤੇ ਖੁਦਾ ਨੇ ਕਿਹਾ ਕਿ 40 ਸਾਲ ਇਹਨਾਂ ਨੂੰ ਭਟਕਣ ਲਈ ਕਹਿ ਦਿੱਤਾ ਆ, ਪਰ ਮੈਂ ਵੀ ਇਹਨਾਂ ਦੇ ਨਾਲ ਹੀ ਰਹੂੰਗਾ। ਭਟਕਣਗੇ ਪਰ ਮੈਂ ਇਹਨਾਂ ਦੇ ਨਾਲ ਹੀ ਰਹਾਂਗਾ। ਹਾਲੇਲੂਇਆ। ਸੋ ਉਸ ਕਰਕੇ ਖੁਦਾ ਨੇ ਕਿਹਾ ਵੀ 40 ਸਾਲ ਬੀਤਨੇ ਆ ਤੇ ਫਿਰ ਜਦੋਂ ਮੈਂ ਵਿਚਕਾਰ ਰਹੂੰਗਾ ਤੇ ਇਸ ਭਟਕਣੇ ਦੇ ਦਰਮਿਆਨ ਜਦੋਂ ਤੁਹਾਡੇ ਚੋਂ ਕੋਈ ਆਕੀ ਹੋਗਾ ਜਾਂ ਕੁਝ ਵੀ ਕਿਸੇ ਕੇ ਕਸੂਰ ਹੋ ਜਾਂਦਾ ਆ ਤੇ ਜਿਹੜਾ ਮੈਂ ਵਿਚਕਾਰ ਤੰਬੂ ਲਗਾਉਂਗਾ ਉੱਥੇ ਆ ਕੇ ਤੁਸੀਂ ਆਪਣੀ ਗਲਤੀ ਨੂੰ ਕੀ ਕਰ ਸਕਦੇ ਆ? ਸੁਧਾਰ ਸਕਦੇ ਆ। ਗਲਤੀ ਦਾ ਬਲੀਦਾਨ ਯਾਨੀ ਪਾਪ ਦਾ ਬਲੀਦਾਨ ਕਰਕੇ ਬਚ ਸਕਦੇ ਆ। ਜਿਹੜਾ ਆ ਕੇ ਆਪਣੀ ਗਲਤੀ ਨੂੰ ਮੰਨ ਲੂਗਾ ਉਹਦੇ ਪਾਪਾਂ ਤੇ ਕੀ ਪਾ ਦਿੱਤਾ ਜਾਊਗਾ? ਪਰਦਾ ਪਾ ਦਿੱਤਾ ਜਾਊਗਾ। ਜਿਹੜਾ ਨਹੀਂ ਮੰਨੂਗਾ ਉਹ ਇੱਥੇ ਚੱਲਦੇ ਚੱਲਦੇ ਫੁੜਕਦਾ ਜਾਊਗਾ। ਸੋ ਜਿਹੜੇ ਪਾ ਲੈਂਦੇ ਸੀ ਮਾਫੀ ਢੱਕ ਦਿੰਦਾ ਸੀ ਖੁਦਾ ਉਹਨਾਂ ਦੇ ਅਪਰਾਧ ਨੂੰ, ਪਰ ਜਿਹੜੇ ਫਿਰ ਅਣਗਹਿਲੀ ਕਰਦੇ ਸੀ ਉਹ ਉਜਾੜ ਦੇ ਸਫ਼ਰ ਵਿੱਚ 40 ਸਾਲ ਦੇ ਦਰਮਿਆਨ ਡੇਲੀ ਮੌਤਾਂ ਹੁੰਦੀਆਂ ਰਹੀਆਂ। 32 ਲੱਖ ਲੋग 40 साल का सफर रोजाना की हो रही है? मौत हो रही है। और मौत भी बाकियां नूं सबक दे रही है, बंदे बनो। हालेलुया। ਜਿਹੜਾ खुदा साडा प्यार करदा, ਜਿਹੜਾ ਸਾਡੇ ਤੇ ਸ਼ਤਰ ਛਾਇਆ ਕਰਦਾ ਹੈ, ਉਹ ਸਾਡੇ ਤੇ ਕਹਿਰ ਵੀ ਬਰਸਾ ਸਕਦਾ। ਹਾਲੇਲੂਇਆ। ਸੋ ਇਸ ਲਈ ਇਹਦੇ ਵਿੱਚ ਆਪਾਂ ਦੇਖ ਰਹੇ ਸੀ ਕਿ ਇਹ ਤੰਬੂ ਜਿਹੜਾ ਆ ਯਾਦ ਰੱਖਣਾ ਹੈ। ਜਦੋਂ ਤੰਬੂ ਦੀ ਗੱਲ ਕਰਦੇ ਆ ਤੇ ਤੰਬੂ ਦੇ ਬਾਰੇ ਲਿਖਿਆ, ਮੂਸਾ ਨੂੰ ਕਿਹਾ ਸੀਗਾ ਜਿੱਦਾਂ ਮੈਂ ਤੈਨੂੰ ਸਵਰਗ 'ਚ ਦਿਖਾਉਂਗਾ ਉਦਾਂ ਹੀ ਇੱਥੇ ਬਣਾਉਣਾ। ਕਿੱਦਾਂ? ਸੋ ਜਦੋਂ ਉਦਾਂ ਹੀ ਇੱਥੇ ਬਣਨਾ ਆ ਤੇ ਉਹ ਜਿਹਦੇ ਥਰੂ ਬਣਾਉਣਾ ਆ ਉਹ ਲੱਖਾਂ 'ਚੋਂ ਕਿੰਨੇ ਹੋਣੇ? ਮੂਸਾ ਕਿੰਨੇ ਹੋਣੇ ਉੱਥੇ? 32 ਲੱਖ ਇੱਕ ਹੀ ਹੋਣਾ ਹੈ। ਹਾਲੇਲੂਇਆ। ਇਹਦਾ ਮਤਲਬ ਜਿਹਨੇ ਫਿਰ ਖੁਦਾ ਦੀ ਇੱਛਾ ਦਾ ਦਰਸ਼ਨ ਪਾ ਕੇ ਥੱਲੇ ਧਰਤੀ ਤੇ ਕਲੀਸਿਆ ਨੂੰ ਸੰਗਤੀ ਨੂੰ ਰੂਪ ਯਿਸੂ ਦਾ ਦੇਣਾ ਆ, ਉਹ ਸਾਰੀਆਂ ਕਲੀਸਿਆਵਾਂ ਵਿੱਚ ਹੋ ਸਕਦੇ। ਹਾਲੇਲੂਇਆ। ਇਸ ਲਈ ਕਲੀਸਿਆਵਾਂ ਵਿੱਚੋਂ ਮਸੀਹ ਦੀ ਸੂਰਤ ਨਜ਼ਰ ਆਉਂਦੀ ਨਹੀਂ, ਸੰਸਾਰ ਦੀ ਸੂਰਤ ਜਿਹੜੀ ਆ ਉਹ ਨਜ਼ਰ ਆਉਂਦੀ। ਸੰਸਾਰ ਦੀਆਂ ਗੱਲਾਂ, ਸੰਸਾਰ ਦਾ ਚਾਲ ਚੱਲਣ, ਸੰਸਾਰ ਦੇ ਕਾਰ ਵਿਹਾਰਾਂ ਦੇ ਵਿੱਚ ਨਜ਼ਰ ਆਉਂਦੇ। ਸੋ ਜਿਹਨੇ ਇਦਾਂ ਬਣਾਉਣਾ ਜਿੱਦਾਂ ਖੁਦਾ ਨੇ ਕਿਹਾ। ਇੱਥੇ ਹੁਣ ਤੰਬੂ ਸੀਗਾ ਤੇ ਤੰਬੂ ਜਿਹੜਾ ਸੀ, ਪਹਿਲੀ ਗੱਲ ਤੰਬੂ ਕਿਹਦੀ ਛਾਇਆ ਆ ਜਾਂ ਕਿਹੜੀ ਚੀਜ਼ ਨੂੰ ਦਿਖਾਉਂਦਾ ਹੈ? ਤੰਬੂ ਦਿਖਾਉਂਦਾ ਸੀਗਾ ਇਹ ਜਿਹੜਾ ਬਣਾਇਆ ਗਿਆ ਸੀ ਤੰਬੂ, ਜਿਹੜਾ ਮੂਸਾ ਦੀ ਬੇਲੀ ਵਿੱਚ ਖੁਦਾ ਦਾ ਤੰਬੂ ਨਾਲ ਉਹਨਾਂ ਦੇ ਚੱਲਦਾ ਸੀਗਾ। ਸੋ ਇਹ ਤੰਬੂ ਜਿਹੜਾ ਸੀ ਸਵਰਗ ਦੇ ਵਿੱਚ ਸੇਮ ਇਦਾਂ ਦਾ ਤੰਬੂ ਸੀ। ਕਿਦਾਂ ਦਾ? ਹਾਂ। ਫਰਕ ਕੀ ਸੀਗਾ? ਇਹ ਸਰੀਰਕ ਮਟੀਰੀਅਲ ਦੇ ਨਾਲ, ਸੰਸਾਰਿਕ ਭੌਤਿਕ ਮਟੀਰੀਅਲ ਦੇ ਨਾਲ ਸੀਗਾ। ਉਹ ਕਿਹੜੇ ਦੇ ਨਾਲ ਸੀਗਾ? ਰੂਹਾਨੀ, ਆਤਮਿਕ, ਸਵਰਗੀ ਵਸਤੂਆਂ ਦੇ ਨਾਲ ਬਣਿਆ ਪਿਆ ਸੀ। ਹਾਲੇਲੂਇਆ। ਸੋ ਇੱਥੇ ਹੁਣ ਜਦੋਂ ਇਹ ਬਣਾ ਰਿਹਾ ਹੈ ਮੂਸਾ, ਤੇ ਮੂਸਾ ਫਿਰ ਉਹਨੂੰ ਯਾਦ ਕਰ ਕਰਕੇ ਉਹਦੀ ਹਰ ਦੀਵਾਰ ਨੂੰ ਦੇਖ ਰਿਹਾ, ਕਨਾਤ ਨੂੰ ਦੇਖ ਰਿਹਾ, ਸ਼ਤੀਰ ਨੂੰ ਦੇਖ ਰਿਹਾ, ਪਰਦਿਆਂ ਨੂੰ ਦੇਖ ਰਿਹਾ, ਹੋਦੀ ਨੂੰ ਦੇਖ ਰਿਹਾ, ਜਗਵੇਤੀ ਨੂੰ ਦੇਖ ਰਿਹਾ, ਸਾਰੀਆਂ ਚੀਜ਼ਾਂ ਦੇ ਨਾਪ ਤੋਲ ਦੇਖ ਰਿਹਾ ਤੇ ਨਾਲ ਡਿਜ਼ਾਈਨ ਅੱਖਾਂ ਬੰਦ ਕਰਕੇ ਦੇਖ ਰਿਹਾ ਵੀ ਜਿਹੜਾ ਮੇਰੇ ਅੱਗੇ ਸ਼ਮਾਦਾਨ ਲੈ ਕੇ ਆਂਦਾ ਆ ਕਿ ਇਹ ਉਹਦੇ ਵਰਗਾ ਹੀ ਹੈ, ਸਹਿਜ ਸੂਝ ਉਹ ਹੀ ਹੈ। ਜਦੋਂ ਉਹ ਚੈੱਕ ਕਰ ਲੈਂਦਾ ਸੀਗਾ ਫੇਰ ਹੀ ਉਹਨੂੰ ਪਾਸ ਕਰਦਾ ਸੀਗਾ। ਇਜ਼ਰਾਈਲੀ ਲੋਕ ਕੀ ਕਰਦੇ ਸੀਗੇ? ਜਿਨ੍ਹਾਂ ਨੂੰ ਖੁਦਾ ਨੇ ਬੁੱਧੀ ਦਿੱਤੀ ਸੀ ਉਹ ਸਾਜੋ ਸਮਾਨ ਕਾਰੀਗਰਾਂ ਨੂੰ ਦਿੰਦੇ ਸੀ। ਕਾਰੀਗਰਾਂ ਜਿਨ੍ਹਾਂ ਨੂੰ ਬੁੱਧੀ ਦਿੱਤੀ ਸੀ ਉਹ ਕੀ ਕਰਦੇ ਸੀਗੇ? ਉਹ ਸ਼ੈ ਜਿਹਦੇ ਲਈ ਮਟੀਰੀਅਲ ਮਿਲਿਆ ਆ ਉਹਨੂੰ ਤਿਆਰ ਕਰ ਦਿੰਦੇ ਸੀ। ਤਿਆਰ ਕਰਕੇ ਪਾਸ ਕਿਹਦੇ ਕੋਲ ਕਰਾਉਂਦੇ ਸੀਗੇ? ਮੂਸਾ ਦੇ ਕੋਲ। ਮੂਸਾ ਪਾਸ ਕਿੱਦਾਂ ਕਰਦਾ ਸੀ? ਜਦੋਂ ਆਰਡਰ ਦਿੱਤਾ ਉਦੋਂ ਵੀ ਦੁਆ ਕਰਕੇ ਉੱਪਰੋਂ ਦੇਖਿਆ
ਵੀ ਆਹ ਚੀਜ਼ ਬਣਾਉਣੀ ਆ, ਤੇ ਜਦੋਂ ਆਇਆ ਉਹਦੇ ਕੋਲ ਪਾਸ ਹੋਣ ਲਈ ਉਦੋਂ ਵੀ ਦੁਆ ਕਰਕੇ ਉਹਨੇ ਉਸ ਚੀਜ਼ ਨੂੰ ਕੀ ਕਰਨਾ ਆ, ਚੈੱਕ ਕਰਨਾ ਹੈ ਕਿ ਉਨਾ ਹੀ ਆ, ਉਹੋ ਹੀ ਆ, ਕਿਉਂਕਿ ਨਹੀਂ ਤਾਂ ਗੜਬੜ ਹੋ ਗਈ ਤੇ ਕਹਿਰ ਕਿੱਥੇ ਹੋਣਾ, ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਸੋ ਅਸੀਂ ਤੁਹਾਨੂੰ ਨਾ ਪੂਰੀ ਤਰ੍ਹਾਂ ਸਹੀ ਤਰੀਕੇ ਨਾਲ ਚੇਤਾਵਨੀ ਦੇਵਾਂਗੇ ਕਹਿਰ ਕਿੱਥੇ ਹੋਣਾ ਹੈ, ਸਜ਼ਾ ਕਿੱਥੇ ਆਉਣੀ ਆ, ਅਸੀਂ ਕਾਹਤੋਂ ਪਾਈਏ। ਹਾਲੇਲੂਇਆ। ਅਸੀਂ ਤਾਂ ਸਹੀ ਬਣਾਵਾਂਗੇ, ਜਿਹੜਾ ਤੁਹਾਡੇ ਚੋਂ ਮਟੀਰੀਅਲ ਬਣਨ ਲਈ ਆਪਣੇ ਆਪ ਨੂੰ ਦੇ ਦੂਗਾ। ਜਿਹੜਾ ਸੋਨੇ ਦੀ ਤਰ੍ਹਾਂ ਦਊਗਾ ਉਹਨੂੰ ਸੋਨੇ ਦੇ ਕੋਈ ਸ਼ੈ ਬਣਾਵਾਂਗੇ, ਜਿਹੜਾ ਪਿੱਤਲ ਦੀ ਤਰ੍ਹਾਂ ਦਊਗਾ ਪਿੱਤਲ ਦੀ ਸ਼ੈ ਬਣਾਵਾਂਗੇ, ਜਿਹੜਾ ਲੱਕੜ ਦੀ ਤਰ੍ਹਾਂ ਦਊਗਾ ਲੱਕੜ ਦੀ ਸ਼ੈ ਬਣਾਵਾਂਗੇ। ਹਾਲੇਲੂਇਆ। ਕਿੰਨੀਆਂ ਚੀਜ਼ਾਂ ਇਹਦੇ ਵਿੱਚ ਬਣੀਆਂ ਪਈਆਂ, ਤਾਂ ਇੱਕ ਇੱਕ ਪਾਰਟ ਆਪਾਂ ਦੇਖ ਚੁੱਕੇ ਹੋਏ। ਹਾਲੇਲੂਇਆ। ਸੋ ਅਸੀਂ ਬਣਾਉਣਾ ਹੈ ਖੁਦਾ ਦੀ ਮਰਜ਼ੀ ਦਾ। ਜਿਹੜਾ ਨਹੀਂ ਬਣਨਾ ਚਾਹੂਗਾ ਉਹ ਥੋੜੀ ਕੁ ਦੇਰ ਇੱਥੇ ਆਊਗਾ, ਬਾਅਦ ਚ ਅੱਖ ਕੇ ਕੀ ਰਹਿਣਾ ਉਹਨੇ, ਨਹੀਂ ਸਾਡੇ ਨੇ ਖਾਣੇ ਪੈਂਦੇ। ਹਾਲੇਲੂਇਆ। ਪਤਾ ਨਹੀਂ ਕੀ ਸਿਖਾਉਂਦੇ, ਸਾਡੇ ਜਾਇਦਾ ਬੰਦਗੀਆਂ ਤੇ ਪਾਦਰੀ ਕਹਿੰਦੇ ਤੁਹਾਡੇ ਦੁੱਖ ਦੂਰ ਹੋ ਜਾਣਗੇ, ਤੁਹਾਡੀ ਬਿਮਾਰੀ ਚਲੀ ਜਾਊਗੀ, ਹਨਾ, ਤੁਹਾਡੇ ਵੀਜ਼ੇ ਲੱਗ ਜਾਣੇ, ਤੁਹਾਡਾ ਘਰ ਬਣ ਜਾਊਗਾ, ਤੇ ਅਸੀਂ ਬਣਵਾ ਕੇ ਰੱਖ ਲਈਦਾ। ਇਹ ਪਾਦਰੀ ਤਾਂ ਪਤਾ ਨਹੀਂ ਕੀ ਬਣਾਈ ਜਾਂਦਾ। ਹਾਲੇਲੂਇਆ ਹਾਲੇਲੂਇਆ। ਸੋ ਰੱਬ ਦੀ 10-10 ਸਾਲ ਰੁਕ ਕੇ ਵੀ ਸਾਡੇ ਕੋਲ ਲੋਕੀ ਭੱਜੇ ਆ, 10-10 ਸਾਲ। ਤੇ ਅਸੀਂ ਸਾਨੂੰ ਭੁਲੇਖਾ ਕੀ ਰਿਹਾ, ਲੱਗਦਾ ਹੁਣ ਇਹਨਾਂ ਦੇ ਖਾਣੇ ਪੈ ਗਈ ਗੱਲ, ਪਰ ਬਾਅਦ ਚ ਪਤਾ ਲੱਗਾ ਹੈਗੀ ਸਰੀਰਕ ਹੀ ਸੀ, ਸੰਸਾਰਕ ਹੀ ਸੀ, ਤੇ ਚਲੇ ਗਏ। ਸੋ ਇਸ ਲਈ ਤੁਸੀਂ ਕੋਈ ਵੀ ਟਿਕਿਆ ਇੱਥੇ ਸੁਣਦਾ ਹੈ, ਇਹਦਾ ਕੋਈ ਪੱਕਾ ਨਹੀਂ ਪਤਾ ਵੀ ਤੁਹਾਨੂੰ ਇਹ ਗੱਲਾਂ ਹੀ ਸਮਝ ਆਉਂਦੀਆਂ ਜਾਂ ਤੁਸੀਂ ਆਪਣੇ ਕਿਸੇ ਦੁੱਖ ਨੂੰ ਲੈ ਕੇ ਰੋਜ਼ ਬੈਠੇ ਰਹਿੰਦੇ ਇੱਥੇ ਆ ਕੇ। ਹਾਲੇਲੂਇਆ। ਹਨਾ, ਤੁਸੀਂ ਖੁਦਾ ਦੀ ਮਰਜ਼ੀ ਦੇ ਬਣਨਾ ਚਾਹੁੰਦੇ ਜਾਂ ਆਪਣੀ ਮਰਜ਼ੀ ਦਾ ਕੁਝ ਖੁਦਾ ਦੇ ਕੋਲੋਂ ਬਣਵਾਉਣਾ ਚਾਹੁੰਦੇ ਆ, ਉਹ ਤੁਹਾਡੇ ਉੱਤੇ ਨਿਰਭਰ ਹੈ। ਸੋ ਜਿੱਦਾਂ ਜਿਹੜਾ ਵਚਨ ਖੋਲਦਾ ਜਾਊਗਾ, ਸ਼ੀਸ਼ਾ ਸਾਫ਼ ਹੁੰਦਾ ਜਾਊਗਾ, ਤਸਵੀਰ ਵੀ ਕਿੰਦੀ ਜਾਊਗੀ, ਸਾਫ਼ ਹੁੰਦੀ ਜਾਊਗੀ। ਹਾਲੇਲੂਇਆ। तो साडा काम कि शीशे तो सफाई करके तुहाडे सामने बिल्कुल रख देना, धुंधला नहीं रखना। धुंधले विचों फिर जिहड़ा है कि साडा जीवन भी धुंधला ही रह जांदा, पूरा साफ, यानी पूरा प्रकाश जिहड़ा पा के गल्लां नूं प्रभु दियां नूं अगे तक पहुंचाउणा। सो इहदे च आपां देख लिया, इहदे च की सीगा, ਇਹ ਤੰਬੂ ਕਿਹਦੀ ਤਸਵੀਰ ਆ, स्वर्ग ਦੇ ਤੰਬੂ ਦੀ, ਪਹਿਲੀ ਗੱਲ। दूसरी गल कि तस्वीर आ यीशु मसीह दी। ये तंबू किहनूं दिखाउंदा भला, असल विच है ये तंबू दिखाउंदा किहनूं आ, हाँ आपां मनुख, पर साडे बारे क्या किया, तुसीं नहीं जानदे कि तुसीं परमेश्वर दा मंदिर हो। हैगे मनुख है। हुण मंदिर नूं आपां किस टाइप दे नाल लेना है, लकड़ पत्थर दे टाइप ते नहीं लेना, लहू मांस दे मंदिर टाइप ते लेना। इसे वास्ते इन्हों भी आ पत्थर पुत्थर ना जा सॉरी लकड़ वगैरह ने जो बनया इनू नहीं देखना, स्वर्ग दे विच स्वर्गी मटीरियल दे नाल बनया पिया मंदिर जिथे खुदा दी महिमा वास करदी है। ओही महिमा किथे आ गई सी, इहदे विच ये चीज बनाई जाऊगी, ओदी शक्ल सूरत ते इहदे विच वास करूगी। ते जे आ चीज उसे ही शक्ल सूरत ते सैट कर दी जाऊगी ते इहदे विच ओदा वास खाने पई। समझ आ रही है। सो बनाना है, किते इट्टा पत्थर का बनाना है, किते लहू मास का बनना। हालेलुया। किते लकड़ कपड़ी का बनना, पर बनूगा जेकर स्वर्गी तंबू की छाया ते स्वरूप ते फिर ही उहदे विच वास होना है, नहीं तो खुदा दा कहर ही होना है। जेकर खुदा दे नाम च तुसी खुदा दी कोई चीज बनाओ ते ओदी इच्छा अनुसार ना बनूगी ते की आऊगा, कहर आओ। कहर समझदे हो, क्रोध आओ। क्रोध समझदे हो, जेदे अगे जमीन आसमान भी की जांदे आ, भज जांदे ते उन्हां नूं थां मिलदी नहीं ते तूं ते मैं किहड़े घेरदी होंदी। हालेलुया। इसलिए इहदे च पहला नंबर किहड़ा आ, फिर मैं पुछना चाहूंगा, पहला नंबर ये जिहड़ा तंबू आपां सिख रहे हां, किहदी तस्वीर है, स्वर्ग तंबू दी। दूसरा नंबर किहदी तस्वीर है, यीशु मसीह। तीसरे नंबर किहदी तस्वीर है, कलीसिया दी। आपां जिन्ने जने बैठे हैं सारे किहदी तस्वीर है, ऐसे दी। क्योंकि इत्थे जदों छत्र छाया होई, परमेश्वर दा जलाल दा खंभा उतरिया पिया, इदां साडे ते भी जलाल दा खंभा किया उतरदा, जिद्दां पेंतेकुस्त दे दिन उतराया। हालेलुया हालेलुया। सो इहदे विच हुण कलीसिया भी किहदी तस्वीर है, इसे तंबू दी। 4 सूरतां ने इस तंबू दियां, 4 छाया है। और आखिरी छाया किहड़ी आ,
ਅਸੀਂ ਕਲੀਸਿਆ ਵੀ ਉਹਦੀ ਤਸਵੀਰ ਆ ਤੇ ਅਸੀਂ ਇੱਕ ਇੱਕ ਜਣਾ ਵੀ ਕੀ ਆ ਭਲਾ, ਇੱਕ ਇੱਕ ਜਣਾ। ਮੈਂ ਆਪਣੇ ਆਪ ਦੇ ਵਿੱਚ ਕੀ ਆ, ਤੰਬੂ ਬਣਨਾ। ਆ ਇਹ ਤੰਬੂ ਦਾ ਵਿਸ਼ਾ ਮੈਂ ਕਿਉਂ ਸਿੱਖਣਾ, ਖੁਦਾ ਮੇਰੇ ਕੋ ਕਿਉਂ ਲੈ ਕੇ ਆਇਆ, ਕਿਉਂ ਕੀ ਚਾਹੁੰਦਾ ਤੁਸੀਂ ਵੀ ਕੀ ਬਣ ਜਾਓ, ਤੰਬੂ ਬਣ ਜਾਓ। ਹਾਲੇਲੂਇਆ। ਤੰਬੂ ਬਣੋਗੇ ਤੇ ਖੁਦਾ ਦੀ ਮਹਿਮਾ ਦਾ ਵਾਸ ਹੋਊਗਾ। ਜੇ ਤੰਬੂ ਨਹੀਂ ਬਣੋਗੇ ਤੇ ਸ਼ੈਤਾਨ ਦਾ ਤਾਂ ਪਹਿਲਾਂ ਵਾਸ ਸਾਡੇ ਤੇ ਹੈਗਾ ਹੀ। ਹਾਲੇਲੂਇਆ। ਸੋ ਸ਼ੈਤਾਨ ਦੇ ਵਾਸ ਚੋਂ ਨਿਕਲਣਾ ਆ ਤੇ ਡਿਜ਼ਾਈਨ ਕੀ ਕਰਨਾ ਪੈਣਾ ਆ, ਖੁਦਾ ਦੀ ਇੱਛਾ ਦਾ ਬਣਾਉਣਾ ਪੈਣਾ। ਆਦਮ ਨੇ ਗਲਤੀ ਕਰਕੇ ਡਿਜ਼ਾਈਨ ਕੀ ਕਰ ਲਿਆ, ਵਿਗਾੜ ਲਿਆ। ਢਾਂਚਾ ਕੀ ਹੋ ਗਿਆ, ਵਿਗੜ ਗਿਆ। ਯਿਸੂ ਨੇ ਉਸ ਗਲਤੀ ਨੂੰ ਸੁਧਾਰ ਕੇ ਢਾਂਚੇ ਨੂੰ ਸੈੱਟ ਕਰਨ ਦਾ ਪ੍ਰੋਗਰਾਮ ਬਣਾਤਾ, ਸੰਚਾ ਬਣ ਗਿਆ। ਯਿਸੂ ਕੀ ਬਣ ਗਿਆ, ਸੰਚਾ। ਜਿਹੜੀ ਜਦੋਂ ਇੱਟਾਂ ਪੱਥਦੇ ਆ, ਇੱਕ ਆਸੇ-ਪਾਸੇ ਫਰੇਮ ਹੁੰਦਾ, ਉਹਦੇ ਵਿੱਚ ਮਿੱਟੀ ਪਾ ਦਿੰਦੇ ਆ ਗਿੱਲੀ ਤੇ ਬਾਦੂ ਨੂੰ ਝਾੜ ਦਿੰਦੇ, ਬਾਅਦ ਚ ਸੰਚੇ ਨੂੰ ਪੁੱਠਾ ਠੱਪ ਦਿੰਦੇ ਤੇ ਚੱਕ ਲੈਂਦੇ ਫਰਮਾ। ਥੱਲੇ ਕੀ ਬਣ ਜਾਂਦੀ ਆ, ਇੱਟ। ਕਿੱਦਾਂ ਦੀ, ਕਿੱਦਾਂ ਦਾ, ਜਿੱਦਾਂ ਦਾ ਸਾਂਚਾ। ਹਾਲੇਲੂਇਆ। ਸੋ ਜੈਸਾ ਖੁਦਾ ਨੂੰ ਚਾਹੀਦਾ ਤੰਬੂ, ਉਹ ਯਿਸੂ ਮਸੀਹ ਉਹ ਸਾਂਚਾ ਕੀ ਹੋ ਗਿਆ ਹੈ, ਤਿਆਰ ਆ। ਹੁਣ ਮਸੀਹ ਵਿੱਚ ਆ ਕੇ ਜਿਹੜਾ ਪੱਥਿਆ ਜਾਂਦਾ ਆ ਤੇ ਉਹ ਫੇ ਕਿਹਦੀ ਸੂਰਤ ਬਣ ਜਾਂਦਾ, ਹਾਂ ਮਸੀਹ ਚ ਆ ਕੇ ਪੱਥਿਆ ਜਾਣਾ ਆ। ਤੇ ਪੱਥਣ ਵਾਲਾ ਹਮੇਸ਼ਾ, ਮੈਂ ਤਾਂ ਅਸੀਂ ਬਹੁਤ ਦੇਖਿਆ ਆ ਇੱਟਾਂ ਪੱਥੀਆਂ ਨੂੰ ਪੱਠਿਆਂ ਤੇ ਉਹ ਜਦੋਂ ਵੀ ਪਾਉਂਦੇ ਨਾ, ਉਹ ਥੋੜਾ ਥੋੜਾ ਜ਼ਿਆਦਾ ਹੀ ਪਾਉਂਦੇ ਹੁੰਦੇ ਆ ਤੇ ਬਾਅਦ ਚ ਇੱਕ ਲੱਕੜ ਜੀ ਉੱਤੇ ਫੇਰ ਦਿੰਦੇ, ਵਾਧੂ ਘੱਟ ਸਿੱਟ ਦਿੰਦੇ ਆ। ਏਦਾਂ ਹੀ ਤੁਹਾਡੀਆਂ ਜਿਹੜੀਆਂ ਖੁਆਇਸ਼ਾਂ ਖੋਚਾਂ ਦਾ ਵਾਅਦੇ ਕਰਕੇ ਬੇਢੰਗੇ ਹੋਏ ਨਾ, ਜਦੋਂ ਉਹਦੇ ਚ ਸਿੱਟੇ ਯਿਸੂ ਨਾਮ ਦੇ ਸਾਂਚੇ ਚ, ਤੇ ਫਿਰ ਉਹ ਖੁਰਚ ਖੜ ਕੇ ਵਾਧੂ ਘਾਟੂ ਕੀ ਕਰਨਾ ਪੈਣਾ, ਲਾਉਣਾ ਪੈਣਾ। ਫਿਰ ਜਦੋਂ ਠੱਪਿਆ ਨਾ, ਸਿੱਧਾ ਸਵਰ ਚ ਕਿਹਦੀ ਸੂਰਤ ਨਜ਼ਰ ਆਉਣੀ ਆ। ਇੱਥੇ ਤਾਂ ਆਪਾਂ ਇਕੱਠੇ ਕੁੱਠੇ ਕਰਕੇ ਪਾਏ ਜਾਂਦੇ ਆ ਵਰਮੇ ਦੇ ਵਿੱਚ, ਤਾਂ ਕਿ ਮੈਂ ਮਸੀਹ ਵਿੱਚ ਕੀ ਹੋਵਾਂ, ਪਾਇਆ ਜਾਵਾਂ। ਇੱਥੇ ਤਾਂ ਪਾਏ ਜਾਂਦੇ ਆ, ਪਰ ਠੱਪੇ ਕਿੱਥੇ ਜਾਣਾ ਹੈ, ਸਵਰਗ ਦੇ ਵਿੱਚ। ਤੇ ਜਿਹੜਾ ਕੋਈ ਨੇ ਇਦਾਂ ਇਦਾਂ ਦੇ ਮੇਰੇ ਬੇਢੰਗਾ ਜਾਈ ਉੱਥੇ ਠੱਪਿਆ ਤੇ ਉੱਥੇ ਬੇਢੰਗਾ ਠੱਪ ਹੋਣਾ ਨਹੀਂ। ਇੱਥੇ ਆ ਛਿੱਲ ਹੋਣਾ, ਅੱਜ ਪਾਲੀ ਹੋਣਾ, ਬੜਾ ਚੱਲਿਆ ਵੀ ਹਨਾ, ਕਹਿੰਦੇ ਹੁੰਦੇ ਇਹਦਾ ਮਤਲਬ ਡਿਜ਼ਾਈਨ ਕੀ ਹੋ ਰਿਹਾ, ਭਰਾ ਬਣ ਰਿਹਾ ਆ। ਹਾਲੇਲੂਇਆ, ਹਾਲੇਲੂਇਆ। ਸੋ ਚਾਰ ਚੀਜ਼ਾਂ ਨੂੰ ਚਿੱਤਰ। ਹੁਣ ਆਪਾਂ ਇਹਨੂੰ ਕਿਉਂ ਸਿੱਖਦੇ ਹਾਂ, ਸਾਡਾ ਮੇਨ ਮੁੱਦਾ ਕੀ ਆ, ਕਿ ਅਸੀਂ ਵੀ ਸਵਰਗ ਦੇ ਤੰਬੂ ਦੀ ਤਸਵੀਰ ਬਣਨਾ। ਸੋ ਸਵਰਗ ਦੇ ਤੰਬੂ ਦੀ ਅਸਲ ਵਿੱਚ ਤਸਵੀਰ ਹੈ ਕੀ ਆ, ਯਿਸੂ ਮਸੀਹ ਸਾਡੇ ਵਾਸਤੇ। ਜਿੱਦਾਂ ਮੂਸਾ ਦੇ ਜ਼ਮਾਨੇ 'ਚ ਮਿਲਾਪ ਦਾ ਆੜਾ ਤੰਬੂ ਦੀ ਤਸਵੀਰ ਸਵਰਗ ਦੇ ਵਿੱਚ ਤੰਬੂ ਦੀ ਆ ਨਾ, ਤੇ ਉਹ ਜਦੋਂ ਦੇਹਧਾਰੀ ਹੋ ਕੇ ਹੱਡੀ ਮਾਸ ਦੇ ਵਿੱਚ ਆਇਆ ਤੇ ਉਹਨੂੰ ਆਪਾਂ ਯਿਸੂ ਦਾ ਰੂਪ ਦੇ ਦਿੰਦੇ। ਤੇ ਹੱਡੀ ਮਾਸ ਦੇ ਨੇ ਕਿਹਦਾ ਰੂਪ ਬਣਨਾ ਹੈ, ਆੜੇ ਹੱਡੀ ਮਾਸ ਦਾ ਰੂਪ ਹੈ, ਕਿਹਨੇ ਬਣਨਾ ਹੈ, ਯਿਸੂ ਦਾ ਰੂਪ ਬਣਨਾ। ਜਿਹਦੇ ਬਾਰੇ ਆਪਾਂ ਦੇਖ ਰਹੇ ਹਾਂ ਕਿ ਅਦਨ ਦੇ ਬਾਗ ਦੇ ਵਿੱਚ ਕੀ ਹੋ ਗਿਆ, ਭਲਾ ਇਹ ਵਿਗੜ ਗਿਆ, ਢਾਂਚਾ ਵਿਗੜ ਗਿਆ, ਵਾਧੂ ਘਾਟੂ ਖੁਆਇਸ਼ਾਂ ਦਾ ਕਰਕੇ ਹੋ ਗਿਆ। ਹੁਣ ਆਪਾਂ ਕਈ ਵਾਰੀ ਫੈਟ ਚੜ ਜਾਂਦੀ ਆ ਹੈਨਾ, ਕਈ ਵਾਰੀ ਬੰਦੇ ਨੂੰ ਅਸੀਂ ਕਹਿੰਦੇ ਯਾਰ ਪਤਾ ਨਹੀਂ ਕਿੰਨਾ ਖਾਂਦਾ ਹੋਣਾ, ਹੁਣ ਪਿੱਛੇ ਤਾਂ ਕਹਿੰਦੇ ਯਾਰ 2 ਰੋਟੀਆਂ ਖਾ ਦੀਆਂ ਫਿਰ ਵੀ ਫਿੱਟਦੇ ਜਾਂਦੇ ਆ, ਹੁਣ ਲੱਗਦੀਆਂ ਬਹੁਤ ਹੈਨਾ। ਕਈ ਵਾਰੀ ਫਿੱਟ ਕੇ ਫਿਰ ਉਸ ਡਿਜ਼ਾਈਨ ਦੇ ਹੋ ਜਾਂਦੇ ਵੀ ਜਿਹਦੇ ਚ ਬੰਦਾ ਬੰਦੇ ਦਾ ਡਿਜ਼ਾਈਨ ਜਿਹਾ ਰਹਿੰਦਾ ਨਹੀਂ, ਚਾਹੇ ਬੰਦਾ ਹੋਵੇ ਚਾਹੇ ਬੁੜੀ ਹੋਵੇ। ਹਾਲੇਲੂਇਆ। ਉਹ ਫਿਰ ਢਾਂਚਾ ਜਿਹਾ ਹੋ ਜਾਂਦਾ ਨਾ, ਫਿਰ ਕਈ ਵਾਰੀ ਵਰਜਿਸ਼ਾਂ ਕਰਦੇ, ਭੱਜ ਦੌੜ ਕਰਦੇ, ਦਵਾਈਆਂ ਖਾਂਦੇ, ਕੀ ਕੁਛ ਨਹੀਂ ਕਰਦੇ, ਇਹ ਢਾਂਚਾ ਕੀ ਹੋ ਜਾਵੇ। ਇਹਦਾ ਮਤਲਬ ਉਹ ਕਾਹਤੋਂ ਏਦਾਂ ਕਰਦੇ ਆ, ਜਦੋਂ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦੀ, ਜ਼ਰੂਰਤ ਤੋਂ ਜ਼ਿਆਦਾ, ਤੇ ਉਹ ਕਾਹਤੋਂ ਏਦਾਂ ਕਰਦੇ ਆ, ਉਹਨਾਂ ਦਾ ਮਤਲਬ ਇਹ ਬੋਝ ਮੇਰੇ ਕੋਲ ਚੱਕ ਹੁੰਦਾ, ਠੀਕ ਆ ਵੀ ਆਹ ਜਿਹੜਾ ਬੋਝ ਆਪਣੇ ਆਪ ਤੇ ਕੀ ਹੋ ਜਾਂਦੇ ਆ, ਬੋਝ। ਅੱਜ ਦੇ ਇਨਸਾਨ ਜਿਹੜਾ ਰੂਹਾਨੀ ਤੌਰ ਤੇ ਮੈਂ ਗੱਲ ਸਮਝਾਉਣਾ, ਰੂਹਾਨੀ ਤੌਰ ਤੇ ਇਦਾਂ ਹੀ ਬੋਝ ਬਣ ਗਿਆ। ਖੁਦਾ ਨੇ ਇੱਕ ਇਹਦੇ ਲਈ ਸਾਂਚਾ ਹੀ ਤਿਆਰ ਕਰਤਾ, ਕਹਿੰਦਾ ਤੈਨੂੰ ਕੋਈ ਵਰਜਿਸ਼ ਕਰਨ ਦੀ ਲੋੜ, ਕੋਈ ਦਵਾਈ ਦਾਰੂ ਲੈਣ ਦੀ ਲੋੜ ਨਹੀਂ, ਬਸ ਇਹਦੇ ਵਿੱਚ ਆ ਤੇ ਮੈਂ ਸੇਵਕ ਰੱਖਿਆ ਆ, ਉਹਨੇ ਤੈਨੂੰ ਆਪੇ ਠੋਕ ਠਾਕ ਕੇ ਕੀ ਕਰ ਦੇਣਾ ਭਲਾ। ਹਾਲੇਲੂਇਆ। ਧਰਮੀ ਕਹਿੰਦਾ ਮੈਨੂੰ ਮਾਰੇ ਤੇ ਮੇਰੇ ਲਈ ਕੀ ਗੱਲ ਹੈ ਭਲਾ, ਮੇਰੇ ਲਾਭ ਦੀ ਗੱਲ, ਧਰਮੀ ਮੈਨੂੰ ਮਾਰੇ। ਹਾਲੇਲੂਇਆ। ਸੋ ਖੁਦਾ ਦੇ ਦਾਸਾਂ ਦੀ, ਅਭਿਸ਼ੇਕਤ ਦਾਸਾਂ ਦੀ 60 ਵੱਜੀ ਹੋਈ ਚਿੱਬ ਕੱਢਦੀ ਆ, ਪਾਉਂਦੀ। ਹਾਲੇਲੂਇਆ। ਸੋ ਵਾਧੂ ਘਾਟੂ ਕੀ ਕਰ ਦਿੰਦੇ ਆ, ਉਹ ਸੈੱਟ ਕਰ ਦਿੰਦੇ। ਸੋ ਇਸ ਲਈ ਸਾਨੂੰ ਇਹ ਸਾਰਾ ਸਿੱਖਣ ਦਾ ਮਤਲਬ ਆ ਕਿ ਅਸੀਂ ਆਪਣੇ ਆਪ ਨੂੰ ਹੀ ਸਮਝ ਰਹੇ ਹਾਂ ਕਿ ਸਾਨੂੰ ਪਤਾ ਲੱਗਦਾ ਯਿਸੂ ਕੀ ਆ ਤੇ ਮੈਂ ਕੀ ਆ, ਤੇ ਜੇ ਯਿਸੂ ਵਰਗਾ ਬਣਨਾ ਤੇ ਮੈਨੂੰ ਹਜੇ ਬੜਾ ਘੱਟ ਛਿਲ ਹੋਣ ਦੀ ਲੋੜ ਹੈ। ਬੜਾ ਤਿਆਗ, ਬੜੇ ਸਮਰਪਣ,
बड़ी भगती, बड़ी प्रार्थना, बहुत चीज़ां दी लोड़ है। हालेलुया। सो आओ फिर अगे आप बढ़ते हैं। मैं चाहना कि पहला बेस ਨੂੰ ਆਪਾਂ समझ ਲਈਏ। मिलाप ਦੇ ਤੰਬੂ ਦੇ ਵਿੱਚ ਆਪਾਂ ਦੇਖ ਲਿਆ ਵਿਹੜਾ ਜਿਹੜਾ ਹੈ, ਵਿਹੜਾ ਸੀਗਾ। ਇਹਦੇ ਵਿੱਚ ਵਿਹੜਾ ਨਾ ਜਿਹੜੀ ਕਨਾਤ ਲੱਗੀ ਹੋਈ ਹੈ, ਇਹਦੇ ਵਿੱਚ ਇੱਕ ਛੋਟਾ ਜਿਹਾ ਮਕਾਨ ਬਣਿਆ ਨਾ ਕਾਲਾ ਜਿਹਾ, ਦਿਸਦਾ ਸਾਰਿਆਂ ਨੂੰ। ਇੱਕ ਕਨਾਤ ਲੱਗੀ ਆ ਗੱਭੇ ਜੀ ਲੱਗੀ ਹੋਈ ਨਾ, ਵਿੱਚ ਉਹਦੇ ਇੱਕ ਛੋਟਾ ਜਿਹਾ ਮਕਾਨ ਹੈ ਕਾਲਾ ਜਿਹਾ, ਹੈਗਾ ਨਾ। ਜਿਹੜਾ ਮਕਾਨ ਆ ਉਹ ਦੋ ਹਿੱਸਿਆਂ ਵਿੱਚ ਆ, ਇੱਕ ਪਵਿੱਤਰ ਸਥਾਨ ਤੇ ਇੱਕ ਅਤੀ ਪਵਿੱਤਰ ਸਥਾਨ। ਤੇ ਕਨਾਤ ਦੇ ਵਿੱਚ ਜਿਹੜਾ ਵਿਹੜਾ ਆ, ਵਿਹੜਾ ਉਹ ਕੀ ਹੈ ਭਲਾ? ਵਿਹੜਾ। ਉਹ ਵਿਹੜਾ ਜਿਹੜਾ ਆ ਉਹ ਹੈਗਾ ਆਂਗਨ, ਹਨਾ। ਆਂਗਨ ਯਾਨੀ ਕਿ ਵਿਹੜਾ ਹੁੰਦਾ ਜਿਹੜਾ। ਤੇ ਹੁਣ ਜਿਹੜਾ ਵਿਹੜਾ ਆ ਉਹ ਕੀ ਸ਼ੋ ਕਰਦਾ ਹੈ? ਆਪਣੇ ਘਰ 'ਚ ਵਿਹੜੇ ਹੁੰਦੇ ਨਾ, ਵਿਹੜਾ ਕੀ ਸ਼ੋ ਕਰਦਾ ਆ? ਸਾਡੇ ਸਰੀਰ ਨੂੰ। ਕਿਹਨੂੰ ਦਿਖਾਉਂਦਾ ਆ? ਸਾਡੇ ਸਰੀਰ ਨੂੰ, ਮਨੁੱਖ ਜਾਤੀ ਦੇ ਸਰੀਰ ਨੂੰ ਦਿਖਾਉਂਦਾ ਇਹ ਕਨਾਤ ਵਾਲਾ ਵਿਹੜਾ। ਔਰ ਉਸ ਤੋਂ ਬਾਅਦ ਅੱਗੇ ਕਮਰਾ ਆ ਦੋ ਥਾਵਾਂ ਤੇ, ਪਵਿੱਤਰ ਸਥਾਨ ਤੇ ਅਤੀ ਪਵਿੱਤਰ ਸਥਾਨ, ਅਟੈਚ ਹੀ ਆ, ਵਿੱਚ ਸਿਰਫ ਇੱਕ ਕੱਪੜੇ ਦਾ ਪਰਦਾ ਆ। ਹਾਲੇਲੂਇਆ। ਹੁਣ ਜਿਹੜਾ ਪਵਿੱਤਰ ਸਥਾਨ ਤੇ ਅਤੀ ਪਵਿੱਤਰ ਸਥਾਨ ਆ ਉਹ ਕੀ ਆ? ਵਿਹੜਾ ਤਾਂ ਹੋ ਗਿਆ ਸਾਡਾ ਸਰੀਰ, ਪਰ ਪਵਿੱਤਰ ਸਥਾਨ ਕੀ ਹੋ ਗਿਆ? ਸਾਡਾ ਪ੍ਰਾਣ। ਕੀ ਹੋ ਗਿਆ ਜੀ? ਸਾਡਾ ਪ੍ਰਾਣ। ਤੇ ਅਤੀ ਪਵਿੱਤਰ ਸਥਾਨ ਕੀ ਹੋ ਗਿਆ? ਸਾਡਾ ਆਤਮਾ। ਸਾਡੀ ਆਤਮਾ ਵਿੱਚ ਪ੍ਰਮਾਤਮਾ ਦੇ ਆਤਮਾ ਨੇ ਆਉਣਾ। ਜਿੱਦਾਂ ਇੱਥੇ ਬੱਦਲ ਦੇ ਥੰਮ ਦੇ ਵਿੱਚੋਂ ਇੱਕ ਨਿਕਲਿਆ ਹੈ ਨਾ, ਥੱਲੇ ਨੂੰ ਅੱਗ ਦਾ ਜਾ ਰਿਹਾ ਨਾ ਗੋਲਾ, ਅੱਗ ਦਾ ਖੰਭਾ ਜਾ ਰਿਹਾ ਨਾ, ਉੱਪਰੋਂ ਛਤਰੀ ਬਣੀ ਹੋਈ ਅੱਗ ਦੀ, ਬੱਦਲ ਦੀ, ਔਰ ਇੱਕ ਉਹਦੇ ਚ ਜਾ ਰਿਹਾ ਆ। ਉਹ ਕੀ ਆ ਭਲਾ? ਉਹ ਖੁਦਾ ਦੀ ਹਜ਼ੂਰੀ, ਖੁਦਾ ਦੀ ਮਹਿਮਾ, ਖੁਦਾ ਦੇ ਰੂਹ ਨੇ ਮੇਰੀ ਆਤਮਾ ਦੇ ਵਿੱਚ ਕੀ ਕਰਨਾ ਆ? ਵਾਸ ਕਰਨਾ। ਹਾਲੇਲੂਇਆ। ਤੇ ਜਿੱਥੇ ਖੁਦਾ ਦੀ ਆਤਮਾ ਇਸ ਮਿਲਾਪ ਦੇ ਤੰਬੂ ਦੇ ਵਿੱਚ ਅਤੀ ਪਵਿੱਤਰ ਸਥਾਨ ਵਿੱਚ ਜਾ ਕੇ ਵਾਸ ਕਰ ਰਹੀ ਹੈ ਨਾ, ਉਹ ਜਗ੍ਹਾ ਨੂੰ ਹੁਣ ਆਪਾਂ ਸਿੱਖਣ ਲੱਗੇ ਹਾਂ। ਤੇ ਫਿਰ ਦੱਸੋ, ਧਿਆਨ ਨਾਲ ਸਿੱਖਣਾ ਪੈਣਾ ਕਿ ਨਹੀਂ? ਜਦੋਂ ਮਰਜੀ ਮੂੰਹ ਚੱਕ ਕੇ ਛੁੱਟੀ ਕਰ ਲਈ, ਜਦੋਂ ਮਰਜੀ ਆ ਗਏ ਚੱਲੋ। ਤੇ ਪਸਲੀ ਨੂੰ ਕੀ ਕਰਨਾ ਪੈਣਾ? ਪਸਲੀ ਨੂੰ ਲਿਆਉਣਾ ਪੈਣਾ, ਨਹੀਂ ਤਾਂ ਜਿਹੜੀ ਪਸਲੀ ਨਹੀਂ ਹੁੰਦੀ ਫਿਰ ਕੀ ਹੁੰਦਾ? ਹੁਣ ਟਿੱਡਾ ਜਿਹਾ ਹੋ ਜਾਂਦਾ। ਹਾਲੇਲੂਇਆ, ਹਾਲੇਲੂਇਆ। ਸੋ ਇੱਕ ਸਮਰਪਣ ਦੇ ਨਾਲ ਆਪਾਂ ਇਹਨੂੰ ਸਿੱਖਣਾ ਹੈ। ਪ੍ਰਭੂ ਇਹ ਵਿਸ਼ਾ ਮੇਰੇ ਲਈ, ਠੀਕ ਹੈ ਨਾ, ਤੇ ਮੈਂ ਕੀਮਤ ਦਿੰਦੇ ਹੋਏ ਇਹਨੂੰ ਕੀ ਕਰਨਾ ਹੈ? ਸਿੱਖਣਾ। ਮੈਂ ਹਾਂ ਬਿਮਾਰ, ਮੈਨੂੰ ਇੱਕ ਜ਼ਰੂਰੀ ਕੰਮ, ਮੇਰੇ ਪੌਣੇ ਘੰਟੇ ਜਿਹੜੀ ਕਲਾਸ ਹੈ ਮੈਂ ਅਟੈਂਡ ਕਰਕੇ ਰੋਜ਼ ਜਾਣੀ ਆ, ਤਾਂ ਕਿ ਮੈਨੂੰ ਮੇਰੀ ਆਤਮਾ ਦੇ ਫੰਕਸ਼ਨ ਦੇ ਬਾਰੇ ਪਤਾ ਲੱਗ ਜਾਵੇ। ਤੇ ਆਤਮਾ ਦੇ ਵਿੱਚ ਤੇਰਾ ਆਤਮਾ ਮੇਰੀ ਆਤਮਾ ਦੇ ਕਿਹੜੇ ਥਾਂ 'ਚ ਆ? ਕਿਉਂਕਿ ਮੇਰੀ ਆਤਮਾ ਵਿੱਚ ਵੀ ਤਿੰਨ ਥਾਂ ਹੈ ਨਾ, ਅੰਤਰ ਗਿਆਨ, ਵਿਵੇਕ ਤੇ ਸੰਗਤੀ, ਹੈ। ਕਿਹੜੇ ਥਾਂ ਤੇ ਆ? ਉਹ ਥਾਂ ਨੂੰ ਵੀ ਪਹਿਲਾਂ ਲੱਭਣਾ ਆ। ਉਹ ਥਾਂ ਲੱਭਣ ਦੇ ਲਈ, ਉਹ ਥਾਂ ਨੂੰ ਕਰਨ ਦੇ ਲਈ ਅੱਜ ਆਪਾਂ ਚੱਲੇ ਹਾਂ। ਸੋ ਕੀ ਕੁਛ ਹੋ ਗਿਆ? ਇਹ ਮਿਲਾਪ ਦਾ ਤੰਬੂ ਟੋਟਲ ਮਿਲ ਕੇ ਕੀ ਆ? ਬਾਹਰਲਾ ਵਿਹੜਾ ਸਰੀਰ, ਅੰਦਰਲਾ ਪਵਿੱਤਰ ਸਥਾਨ ਮੇਰਾ ਪ੍ਰਾਣ, ਔਰ ਅੰਦਰਲਾ ਅਤੀ ਪਵਿੱਤਰ ਸਥਾਨ ਜਿਹੜਾ ਇਹਦੇ ਵਿੱਚ ਆ ਮੇਰਾ ਆਤਮਾ। ਹਾਲੇਲੂਇਆ। ਔਰ ਹੁਣ ਇਹਦੇ ਵਿੱਚ ਪਵਿੱਤਰ ਸਥਾਨ ਤੇ ਅਤੀ ਪਵਿੱਤਰ ਸਥਾਨ, ਜਿੱਦਾਂ ਆਹ ਕਮਰਾ ਇੱਕ ਇਕੱਠਾ ਬਾਹਰੋਂ ਦੇਖਣ ਨੂੰ ਇੱਕ ਹੀ ਆ, ਵਿੱਚ ਇਹਦੇ ਪਰਦਾ ਲਾ ਦੋ। ਆ ਹੋ ਗਿਆ ਅਤੀ ਪਵਿੱਤਰ ਸਥਾਨ ਤੇ ਆ ਕੀ ਹੋ ਗਿਆ? ਪਵਿੱਤਰ ਸਥਾਨ। ਇਹਦੇ ਵਿੱਚ ਪਰਦਾ ਆ। ਪਰਦੇ ਨੂੰ ਆਪਾਂ ਬੜਾ ਸੁਣਿਆ। ਮੇਰਾ ਕਹਾ ਪਰਦੇ ਦੇ ਟਾਈਮ ਤੁਸੀਂ ਸੀ ਇੱਥੇ? ਨਹੀਂ, ਪਰਦੇ ਬਾਰੇ ਨਹੀਂ ਸੁਣਨਾ। ਪਰਦੇ ਦੇ ਬਾਰੇ ਅਸੀਂ ਦੇਖਿਆ ਸੀਗਾ ਬਹੁਤ ਕਾਫੀ ਖੋਲ ਕੇ। ਉਹ ਜਿਹੜਾ ਪਰਦਾ ਆ, ਇਹਦਾ ਮਤਲਬ ਅਤੀ ਪਵਿੱਤਰ ਸਥਾਨ 'ਚ ਐਂਟਰ ਹੋਣ ਤੋਂ ਪਹਿਲਾਂ ਸਾਡੇ ਸਾਹਮਣੇ ਕੀ ਆ ਜਾਂਦਾ ਆ? ਪਰਦਾ। ਹਾਲੇਲੂਇਆ। ਤੇ ਜੇ ਪਰਦੇ ਵਿੱਚ ਪਰਦਾ ਅੱਗੇ ਫਟਦਾ ਨਹੀਂ ਤੇ ਮੈਨੂੰ ਅੰਦਰਲਾ ਸਮਾਨ ਦੇਖ ਸਕਦਾ ਨਹੀਂ। ਹਾਲੇਲੂਇਆ। ਪਰਦਾ ਫਟਣਾ ਮਸੀਹ ਲਈ ਤਿਆਗ ਦਾ ਜੀਵਨ ਰੱਖਣਾ, ਮਸੀਹ ਲਈ ਕੁਰਬਾਨ ਹੋਣ ਦਾ ਮਨ ਕੋਈ ਰੱਖੂਗਾ, ਉਹਦੇ ਸਾਹਮਣੇ ਇਹ ਪਰਦਾ ਫਟੂਗਾ ਤੇ ਉਹਨੂੰ ਅੰਦਰਲਾ ਸਮਾਨ ਨਜ਼ਰ ਆਊਗਾ। ਹਾਲੇਲੂਇਆ, ਹਾਲੇਲੂਇਆ। ਤੇ ਇਸ ਲਈ ਉਹ ਜਦੋਂ ਅਤੀ ਪਵਿੱਤਰ ਸਥਾਨ ਦਾ ਆਪਾਂ ਪਰਦਾ ਦੇਖਿਆ, ਪਰਦਾ ਵੀ ਕਿਹਨੂੰ ਸ਼ੋ ਕਰਦਾ ਆ? ਯਿਸੂ ਮਸੀਹ ਨੂੰ। ਪਰ ਯਿਸੂ ਮਸੀਹ ਦੇ ਉਹ ਕਿਹੜੇ ਹਿੱਸੇ ਨੂੰ ਸ਼ੋ ਕਰਦਾ ਆ? ਯਿਸੂ ਮਸੀਹ ਦੀ ਜਿਹੜੀ ਕਲਵਰੀ ਪਹਾੜ ਤੇ ਕੁਰਬਾਨੀ ਨੂੰ। ਉੱਥੇ ਪਹਾੜ ਤੇ ਯਿਸੂ ਮਸੀਹ ਨੇ ਜਾਨ ਦਿੱਤੀ। ਤੇ ਇਹ ਤਾਂ ਦੂਰ ਹੈ ਯਿਸੂ ਮਸੀਹ ਤੋਂ ਮੰਦਰ, ਜਿਹਦੇ ਅੰਦਰ ਪਰਦਾ ਆਪੇ ਉੱਪਰੋਂ ਕੀ ਹੋ ਗਿਆ ਸੀਗਾ? ਹਟ ਗਿਆ। ਇਹਨੂੰ ਵੀ ਥੋੜਾ ਟੱਚ ਕਰਾ ਦਿੰਦੇ, ਥੋੜਾ ਸਮਝ ਲਓ। ਯਿਸੂ ਮਸੀਹ ਕਿਸੇ ਪਹਾੜ ਤੇ ਬਲੀਦਾਨ ਦੇ ਰਿਹਾ, ਇਹ ਕਿਸੇ ਹੋਰ ਪਹਾੜ ਤੇ ਬਣਿਆ ਪਿਆ ਆ ਮੰਦਰ ਜਿਹੜਾ ਸੀਗਾ,
ਜਿਹਦੇ ਅੰਦਰ ਇਹ ਕੀ ਸੀਗਾ, ਪਰਦਾ ਸੀਗਾ। ਉੱਥੇ ਜਾਣ ਦਿੱਤੀ, ਇੱਥੇ ਬੇਜਾਨ ਪਰਦਾ ਕੀ ਹੋ ਗਿਆ, ਫਟ ਗਿਆ। ਹੁਣ ਇਹ ਜਿਹੜਾ ਪਰਦਾ ਇਹ ਇੰਨਾ ਮੋਟਾ ਨਿਗਾ, ਯਾਨੀ ਕੱਪੜੇ ਇੰਨਾ ਨਿਗਾ, ਇਹ 4 ਇੰਚ ਮੋਟਾ ਹੈ। ਕਿੰਨਾ ਮੋਟਾ, 4 ਇੰਚ ਮੋਟਾ ਆ ਪਰਦਾ। यानी कि 150-200 कपड़े दियां तैमां लाइया जान, है ना, तैमां इदां दियां 150-200 होणगे फिर किते जाके 4 इंच दा बनना, उस तो भी ज्यादा ही। सो ये समझ लो ये इन्ना मोटा है कपड़ा, इदां पड़दा समझ लो, इन्ना इन्ना मोटा पड़दा है, 70 फुट इधर नूं आ लंबा। सो ये मैं लिखाया भी सीगा, मेरा ख्याल 300 जने दे करीब इस पर्दे नूं सारे मिल के चकदे सी ते ओनू सैट करदे सी। हालेलुया, हालेलुया। सो इहनूं कोई भी पाड़ सकदा नहीं सी। हालेलुया। और ये जिहड़ा पर्दा इन्ना मोटा आ, ये की दसदा आ भी तू बंदिया इधरले पासे आ सकदा नहीं। ते महाजाजक जिहड़ा उस जमाने दा सीगा, पुजारी पादरी, जिहड़ा महापुरोहित जिहनूं कह सकदे आ जां हैड पादरी कह सकदे आ, उस जमाने दा हैड पादरी भी साल विच कितनी वारी जांदा सीगा, एक वारी। पर्दे दी साइड थानी साइड ते करके एक वारी अंदर जांदा सीगा, नाल लहू लैके जांदा सीगा, बलिदान दा लहू लैके जांदा सी एक हत्थ दे विच। ते वो लहू कादे कादे दा बलिदान हुंदा सीगा, ओहदे अपने लिए बलिदान कीता है, ओहदे परिवार लिए बलिदान कीता होया, और ओहदे समाज दे लिए जिहड़ी कलीसिया पूरे इजराइल दे लिए किसी नूं विचों इदां छड्डिया जांदा नहीं सी। सो वो लहू जिहड़ा सीगा ना, इस प्रकार दा बलिदान करके फिर वो लहू अंदर लैके जांदा सी। नाल एक तां हत्थ विच हुंदी सी धूफदानी, की हुंदी सी, धूफदानी। एक कौली दे विच धूफ हुंदा सीगा और ओनू जंजीरां लगियां हुंदी, सुतों ने फड़िया हुंदा सीगा ते धूफ ओहदे चों टोकरी हुंदी सी। बाद च खुदा चाहूगा तुहानूं फोटो दिखावांगे। हालेलुया। सो ओ लैके जांदा सी। जे ओ हुण बलिदान किते लै जावे कल्ले इसराइल लई जां कल्ले अपने लई जां कल्ले अपने टब्बर लई जां किसी नूं भी एक नूं भी छड्ड देवे, अंदर जा तां सकदा सीगा पर अंदरों आ सकदा नहीं सकदा, मरी जांदा सी। एडा खौफनाक सिस्टम सीगा पहले जमाने विच इस पर्दे दा। आपां जिहदे च एक एक गल नूं सिੱਖ के पहला आए हुए हैं। हालेलुया। सो ये पर्दा जिहड़ा सीगा यस्सू ने जान दित्ती ते उपरों फटिया थल्ले तक, थल्लियों नहीं, थल्लियों फटे तक कह सकदे भी 2-4 सेकंड उधर लग गए, 2-4 झंडे ते फट गया, पर फटिया कितों, हाँ ऊंचाई भी थी बहुत ज्यादा सीगी, बहुत ज्यादा ऊंचाई सीगी। मैं तुहानूं नोट कराया है, मेरा ख्याल यार 60 फुट के करीब मेरा ख्याल कुछ इदा लगाया सीगा ते ओदी ऊंचाई सी ना। सो वो अपने आप ही उतों फट गया। हालेलुया। ते अंदरला समान की हो गया, नजर आ। सो फटे हुए ने की दसिया, यीशु दी कुर्बानी हो गई आ। हुण संसार दे लोगां नूं फजूल पूजा भगतियां करन दी लोड़ नहीं। हालेलुया, हालेलुया। कोई जप तप कोई भी इधर उधर जान दी लोड़ नहीं। सिर्फ यीशु मसीह दे नाम दे विच तौबा करो, बपतिस्मा लो, पवित्र आत्मा पाओ ते पिता दे नाल की कर लो, मेल कर लो। फेस टू फेस पिता दे नाल गल कर सकते हैं जिद्दां आपां करदे। तुसीं रोज इत्थे प्रार्थना करदे आ, हे पिता असीं तेरे अगे प्रार्थना करदे प्रभु यीशु मसीह दे नाम च, आमीन। किहदे नाम च? हाँ, किहदे अगे? पिता दे अगे। पिता दे अगे प्रार्थना कर, सानूं सौभाग्य मिल गया पिता दे अगे प्रार्थना करदा। किहदे नाम च? यीशु। क्योंकि यीशु दे नाम च क्यों? क्योंकि यीशु दे बलिदान दे कारण ही पर्दा फटिया ते यीशु ही विच ओ आ गया जिहदे नाम च खुदा साडी प्रार्थना नूं की करदा आ, हालेलुया। सो आओ हुण आपां थोड़ी जी झलक देखदे फिर प्रार्थना करदे आ। ਇਹ ਜਿਹੜਾ ਜਦੋਂ ਪਰਦਾ ਫਟਿਆ ਤੇ ਅੱਗੇ ਕੀ ਪਿਆ ਸੀਗਾ? ਹਾਲੇਲੂਇਆ। ਜਦੋਂ ਪਰਦਾ ਫਟਿਆ ਤੇ ਅੱਗੇ ਕੀ ਪਿਆ ਸੀਗਾ? ਅੱਗੇ ਸੀਗਾ ਸੰਦੂਕ। ਕੀ ਸੀਗਾ ਭਲਾ ਅੱਗੇ? ਸੰਦੂਕ, ਜਿਹਨੂੰ ਅਹਿਦ ਦਾ ਸੰਦੂਕ, ਵਾਚਾ ਦਾ ਸੰਦੂਕ ਕਹਿੰਦੇ। ਹਾਲੇਲੂਇਆ।
ਸੋ ਇਹ ਸੰਦੂਕ ਜਿਹੜਾ ਆ ਜਿਹਨੂੰ ਆਪਾਂ ਹੁਣ ਦੇਖਣ ਜਾ ਰਹੇ, ਸੰਦੂਕ ਸਾਨੂੰ ਕੀ ਦੱਸਦਾ ਹਾਂ। ਪਹਿਲਾਂ ਆਪਾਂ ਹੁਣ ਬਾਕੀ ਸਾਰੀਆਂ ਗੱਲਾਂ ਦੇਖ ਆਏ, ਕੱਲ ਫਿਰ ਮੈਂ ਤੁਹਾਨੂੰ ਚਾਹੂੰਗਾ ਤੇ ਇੱਕ ਦੋ ਫੋਟੋਆਂ ਵੀ ਨਾਲ ਦਿਖਾ ਦੂੰਗਾ ਪਿਛਲੇ ਜਿਹੜੇ ਹਿੱਸੇ ਦੇਖ ਕੇ ਆਏ, ਕਿਉਂਕਿ ਰਿਪੀਟ ਕਰਕੇ ਹੀ ਅੱਗੇ ਚੱਲਣਾ ਪੈਣਾ। ਹਾਂ ਆ ਜਾਓ, ਵਾਚਾ ਦਾ ਸੰਦੂਕ ਲਿਖ ਲਓ। ਅੱਜ ਲਿਖ ਲਓ, ਮੋਟਾ ਕਰਕੇ ਵੱਡਾ ਜਿੰਨਾ ਵੀ ਕਰਕੇ ਲਿਖ ਸਕਦੇ। ਮੇਨ ਪੁਆਇੰਟ ਹੈ ਵਾਚਾ ਦਾ ਸੰਦੂਕ। ਕੁਝ ਦੀ ਕਿਤਾਬ 25 ਦੇ ਆਇਓ ਦੀ 10 ਤੋਂ 16 ਆਇਤ। थोड़ा थोड़ा जल्दी जल्दी करना पड़ेगा, मैंने ये रिपीट कर करके जाना पड़ रहा था। फिर कल मैं तस्वीर में रखने का चिट्टा भुल गया, अगली बारी करांगे। हाँ 25 दे आए 10 तो 16। और स्टीम दी लकड़ी दा एक संदूक बनाउण जिस दी लंबाई 2.5 हथ ਅਤੇ ਚੌੜਾਈ 1.5 ਹੱਥ ਅਤੇ ਉਚਾਈ 1.5 ਹੱਥ ਹੋਵੇ, ਤੂੰ ਉਸ ਉੱਤੇ ਕੁੰਦਨ ਸੋਨਾ ਮੜੀ। ਸ਼ਪੀਮ ਦੀ ਲੱਕੜੀ ਦਾ ਬਣਨਾ ਜੀ। ਕਾਹਦਾ ਬਣਨਾ ਭਲਾ? ਸਟੀਮ ਦੀ ਲੱਕੜੀ ਦਾ। ਸਟੀਮ ਮੇਨ ਕਿੱਕਰ ਦੀ ਲੱਕੜ। ਕਾਹਦਾ ਬਣਨਾ ਭਲਾ? ਕਿੱਕਰ ਦੀ ਲੱਕੜ ਦਾ। ਤੂੰ ਉਸ ਉੱਤੇ ਕੁੰਦਨ ਸੋਨਾ ਮੜੀ ਅਤੇ ਤੂੰ ਉਸ ਨੂੰ ਅੰਦਰੋਂ ਬਾਹਰੋਂ ਮੜੀ ਅਤੇ ਤੂੰ ਉਸ ਉੱਤੇ ਸੋਨੇ ਦੀ ਬਨੇਰੀ ਚੁਫੇਰੇ ਬਣਾਈ। ਉਸ ਦੇ ਲਈ ਸੋਨੇ ਦੇ 4 ਕੜੇ ਢਾਲ ਕੇ ਉਹਦੀਆਂ ਚੋਹਾਂ ਪਾਵਿਆਂ ਵਿੱਚ ਲਾਈ, ਅਰਥਾਤ 2 ਕੜੇ ਇੱਕ ਪਾਸੇ 2 ਕੜੇ ਦੂਜੇ ਪਾਸੇ। ਨਾਲੇ ਤੂੰ ਸਟੀਮ ਦੀ ਲੱਕੜੀ ਦੀਆਂ ਚੋਬਾਂ ਬਣਾਈ ਅਤੇ ਉਹਨਾਂ ਉੱਤੇ ਸੋਨਾ ਮੜੀ। ਤੂੰ ਉਹਨਾਂ ਚੋਬਾਂ ਨੂੰ ਸੰਦੂਕ ਦੇ ਪਾਸਿਆਂ ਦੇ ਕੜਿਆਂ ਵਿੱਚ ਪਾਵੀ ਤਾਂ ਜੋ ਉਹਨਾਂ ਨਾਲ ਸੰਦੂਕ ਚੁੱਕਿਆ ਜਾਵੇ। ਚੋਬਾ ਸੰਦੂਕ ਦੇ ਕੜਿਆਂ ਵਿੱਚ ਰਹਿਣ ਅਤੇ ਉਹ ਉਹਨਾਂ ਵਿੱਚੋਂ ਕੱਢੀਆਂ ਨਾ ਜਾਣ। ਤੂੰ ਉਸ ਸੰਦੂਕ ਵਿੱਚ ਉਹ ਸਾਖੀ ਰੱਖੀ ਜਿਹੜੀ ਮੈਂ ਤੈਨੂੰ ਦੇਵਾਂਗਾ। ਤੂੰ ਪ੍ਰਾਚਿਤ ਦਾ ਸਰਪੋਸ਼ ਕੁੰਦਨ ਸੋਨੇ ਦਾ ਬਣਾਈ ਜਿਸ ਦੀ ਲੰਬਾਈ 2.5 ਹੱਥ ਔਰ ਚੌੜਾਈ 1.5 ਹੱਥ ਹੋਵੇ। ਤੂੰ ਸੋਨੇ ਦੇ 2 ਕਰੂਬੀ ਬਣਾਈ। ਤੂੰ ਉਹਨਾਂ ਨੂੰ ਕੱਢ ਕੇ ਪ੍ਰਾਚਿਤ ਦੇ ਸਰਪੋਸ਼ ਦੇ ਦੋਹਾਂ ਸਿਰਿਆਂ ਤੋਂ ਬਣਾਈ। ਤੂੰ ਇੱਕ ਕਰੂਬੀ ਇੱਕ ਸਿਰੇ ਤੋਂ ਔਰ ਦੂਜਾ ਕਰੂਬੀ ਦੂਜੇ ਸਿਰੇ ਤੋਂ ਬਣਾਈ। ਪ੍ਰਾਚਿਤ ਦੇ ਸਰਪੋਸ਼ ਹੀ ਤੋਂ ਤੁਸੀਂ ਦੋਹਾਂ ਸਿਰਿਆਂ ਉੱਤੇ ਕਰੂਬੀਆਂ ਨੂੰ ਬਣਾਈਓ ਅਤੇ ਉਹ ਕਰੂਬੀ ਆਪਣੇ ਦੋਵੇਂ ਖੰਭ ਉਤਾਹਾਂ ਨੂੰ ਖਿਲਾਰੇ ਹੋਏ ਹੋਣ ਅਤੇ ਉਹ ਆਪਣੇ ਖੰਭਾਂ ਨਾਲ ਪ੍ਰਾਚਿਤ ਦੇ ਸਰਪੋਸ਼ ਨੂੰ ਢੱਕਦੇ ਹੋਣ ਔਰ ਉਹਨਾਂ ਦੇ ਮੂੰਹ ਆਮੋ ਸਾਹਮਣੇ ਹੋਣ। ਕਰੂਬੀਆਂ ਦੇ ਮੂੰਹ ਪ੍ਰਾਚਿਤ ਦੇ ਸਰਪੋਸ਼ ਵੱਲ ਹੋਣ ਅਤੇ ਤੂੰ ਪ੍ਰਾਚਿਤ ਨੂੰ ਉਤਾਹ ਸੰਦੂਕ ਦੇ ਉੱਤੇ ਰੱਖੀ ਔਰ ਤੂੰ ਉਸ ਸਾਖੀ ਨੂੰ ਜਿਹੜੀ ਮੈਂ ਤੈਨੂੰ ਦਿਆਂਗਾ ਸੰਦੂਕ ਵਿੱਚ ਰੱਖੀ। ਤਾਂ ਮੈਂ ਤੁਹਾਨੂੰ ਉੱਥੇ ਮਿਲਾਂਗਾ ਅਤੇ ਤੇਰੇ ਨਾਲ ਪ੍ਰਾਚੀ ਦੇ ਸਰਪੋਸ਼ ਦੇ ਉੱਤੇ ਦੋਹਾਂ ਕਰੂਬੀਆਂ ਦੇ ਵਿੱਚੋਂ ਦੀ ਜਿਹੜੇ ਸਾਖੀ ਦੇ ਸੰਦੂਕ ਦੇ ਉੱਤੇ ਹਨ, ਮੈਂ ਉਹ ਗੱਲਾਂ ਕਰਾਂਗਾ ਜਿਨ੍ਹਾਂ ਦਾ ਤੈਨੂੰ ਇਜ਼ਰਾਈਲੀਆਂ ਲਈ ਹੁਕਮ ਦਿਆਂਗਾ। 22 ਤੱਕ 16 ਤੱਕ ਠੀਕ ਹੈ। ਸੋ ਇੱਥੇ ਆਪਾਂ ਜਿਹੜੀਆਂ ਗੱਲਾਂ ਪੜੀਆਂ ਇਹਦੇ ਚ ਇੱਕ ਇੱਕ ਸ਼ਬਦ ਨੂੰ ਆਪਾਂ ਖੁਦਾ ਜਾਊਗਾ ਤੇ ਅੱਗੇ ਜਾ ਕੇ ਆਪਾਂ ਇਹਨੂੰ ਸਿੱਖਾਂਗੇ। ਇੱਥੇ ਹੁਣ ਆਪਾਂ ਸਿਰਫ ਇਹ ਦੇਖ ਲਓ ਸੰਦੂਕ ਕਿਵੇਂ ਬਣਾਉਣਾ। ਇੱਥੇ ਅੱਗੇ 25 10 ਤੋਂ 16 ਦੇ ਵਿੱਚ ਲਿਖ ਲਓ ਸੰਦੂਕ ਕਿਵੇਂ ਬਣਾਉਣਾ। ਉਹ ਥੱਲੇ ਇੱਕ ਗੱਲੀ ਪਾ ਕੇ ਲਿਖ ਲਓ ਤੰਬੂ ਦੀ ਸਭ ਤੋਂ ਪਹਿਲਾਂ ਬਣਨ ਵਾਲੀ ਵਸਤੂ ਸੰਦੂਕ ਹੈ। ਇਹ ਵੀ ਇੱਕ ਹੈਰਾਨੀਵਾਚਕ ਗੱਲ ਹੈ। ਜਿਹੜਾ ਮਿਲਾਪ ਦਾ ਤੰਬੂ ਬਣਨਾ ਸੀ ਨਾ, ਉਹ ਚ ਸਭ ਤੋਂ ਪਹਿਲਾਂ ਬਣਾਉਣ ਵਾਲੀ ਕੀ ਚੀਜ਼ ਕਹੇਗੀ? ਇਹ ਵੀ ਇਹਦੀ ਮਹੱਤਤਾ ਨੂੰ ਦਿਖਾਉਂਦੀ ਹੈ। ਨਹੀਂ ਤਾਂ ਤੰਬੂ ਪਹਿਲਾਂ ਬਣਾ ਲੈਣਾ ਚਾਹੀਦਾ। ਆਪਾਂ ਘਰ ਕੋਲ ਬਣਾ ਕੇ ਵਿੱਚ ਫਰਨੀਚਰ ਰੱਖਦੇ ਹੁੰਦੇ ਮਕਾਨ ਬਣਾ ਕੇ, ਜਾਂ ਤੰਬੂ ਖੜਾ ਕਰਕੇ ਫੇਰ ਹੀ ਉਹਦੇ ਕੁਰਸੀ ਕਾਸੀ ਰੱਖਦੇ ਕੁਝ। ਇੱਥੇ ਕੀ ਕਹਿੰਦੇ ਆ? ਪਹਿਲਾਂ ਉਹ ਬਣਨੇ। ਹਾਲੇਲੂਇਆ। ਸੋ ਇੱਥੋਂ ਵੀ ਇਹਦੀ ਮਹੱਤਤਾ ਦੇ ਬਾਰੇ ਪਤਾ ਲੱਗਦਾ। ਸਭ ਤੋਂ ਪਹਿਲਾਂ ਇਹ ਕਿਹਾ, ਫਿਰ ਬਾਕੀ ਚੀਜ਼ਾਂ ਬਣਾਉਣ ਦਾ। ਠੀਕ ਹੈ, ਠੀਕ ਹੈ। ਤੰਬੂ ਦੀ ਸਭ ਤੋਂ ਪਹਿਲਾਂ ਬਣਨ ਵਾਲੀ ਵਸਤੂ ਸੰਦੂਕ ਹੈ। ਵਸਤਾ ਸਾਰ 10 ਹੈ, 1 ਤੋਂ 5 ਹੈ। ਨਾ ਯਾਦ ਵੀ ਰੱਖਿਆ ਕਰੋ ਕਿਹੜੀ ਹੱਦ ਤੱਕ। ਵਸਤਾ 10 ਦੇ 1 ਤੋਂ 5 ਹੈ। ਤਾਂ ਉਸ ਵੇਲੇ ਯਹੋਵਾ ਨੇ ਮੈਨੂੰ ਆਖਿਆ ਕਿ ਅੱਗੇ ਵਾਂਗ ਪੱਥਰ ਦੀਆਂ 2 ਪੱਟੀਆਂ ਆਪਣੇ ਲਈ ਕੱਚ ਕੇ ਬਣਾ ਅਤੇ ਮੇਰੇ ਕੋਲ ਪਹਾੜ ਉੱਤੇ ਚੜ੍ਹਿਆ। ਨਾਲੇ ਲੱਕੜੀ ਦਾ ਇੱਕ ਸੰਦੂਕ ਬਣਾ। ਮੈਂ ਪੱਟੀਆਂ ਉੱਤੇ ਉਹ ਗੱਲਾਂ ਲਿਖਾਂਗਾ ਜਿਹੜੀਆਂ ਪਹਿਲਾਂ ਪੱਟੀਆਂ ਉੱਤੇ ਸਨ, ਜਿਨ੍ਹਾਂ ਨੂੰ ਤੈਂ ਭੰਨ ਸੁੱਟਿਆ। ਫਿਰ ਉਹਨਾਂ ਨੂੰ ਸੰਦੂਕ ਵਿੱਚ ਰੱਖ ਲਈ। ਫਿਰ ਉਹਨਾਂ ਨੂੰ ਕਿੱਥੇ ਰੱਖ ਲਈ ਭਲਾ?
ਇਹਦਾ ਮਤਲਬ ਆ ਤੰਬੂ ਦਾ ਬਾਕੀ ਸਮਾਨ ਬਣਨ ਤੋਂ ਪਹਿਲਾਂ ਇੱਥੇ ਇਹ ਸਬੂਤ ਆ ਕਿ ਸੰਦੂਕ ਕੀ ਕਰਤਾ ਗਿਆ ਸੀਗਾ, ਬਣਾ ਦਿੱਤਾ ਗਿਆ। ਹਾਲੇਲੂਇਆ। ਆ ਇਹ ਸਬੂਤ ਹੈ, ਬਸ ਠੀਕ ਹੈ, ਇੰਨੇ ਬਹੁਤ, ਬਸ ਅੱਗੇ ਚੱਲਾਂਗੇ। ਇਹ ਸਬੂਤ ਹੈ ਕਿ ਸਭ ਤੋਂ ਪਹਿਲਾਂ ਸੰਦੂਕ ਬਣਾਇਆ ਗਿਆ। ਨੰਬਰ 1 ਇਹ ਸਬੂਤ ਹੈ ਕਿ ਸਭ ਤੋਂ ਪਹਿਲਾਂ ਕੀ ਬਣਾਇਆ ਗਿਆ, ਸੰਦੂਕ ਬਣਾਇਆ ਗਿਆ। ਨੰਬਰ 2 ਅਗਰ ਤੰਬੂ ਵਿੱਚ ਸੰਦੂਕ ਨਾ ਹੋਵੇ ਤਾਂ ਤੰਬੂ ਦੀ ਕੋਈ ਵੈਲਿਊ ਹੈ ਨਹੀਂ। ਜੇ ਆਪਣਾ ਪੋਸਟਮਾਰਟਮ ਕਰਕੇ ਆਪਣੇ ਦਿਲ ਦੂਲ ਗੁਰਦੇ ਕੱਢ ਸਾਰੇ ਕੱਢ ਕੇ ਤੇ ਵਧੀਆ ਤਰੀਕੇ ਨਾਲ ਸੀਲ ਕੇ ਸਾਨੂੰ ਇਦਾਂ ਸੋਹਣਾ ਜਿਹਾ ਕੱਪੜੇ ਪਾ ਕੇ ਸਾਨੂੰ ਭੇਜ ਦਿਓ ਘਰ, ਕਰਦੇ ਨਾ ਅੱਜ ਕੱਲ੍ਹ ਇਦਾਂ ਨਾ, ਜਿਹੜਾ ਉੱਥੇ ਚੱਲ ਜਾਂਦਾ ਡੈਥ ਹੋ ਜਾਂਦੀ ਇਹਨਾਂ ਦੀ, ਕਈ ਵਾਰ ਪੋਸਟਮਾਰਟਮ ਕਰਕੇ ਨਾ ਹਿਸਾਬ ਦਾ ਲਾਉਣਾ, ਦੇਖਣਾ ਕਿਉਂ ਮਰਿਆ ਕਿੱਦਾਂ, ਉਹ ਸੱਚ ਕੀ ਕਰ ਲੈਂਦੇ ਭਲਾ, ਅੰਦਰਲਾ ਸਮਾਨ ਕੱਢ ਲੈਂਦੇ, ਬਾਅਦ ਚ ਉਦਾਂ ਢਾਂਚਾ ਜਾਂ ਤੂੜੀ ਤਾੜੀ ਵਿੱਚ ਪਾ ਕੇ ਨਾ ਉਹ ਤੋਂ ਸੀਜ਼ ਹੋ ਦਿੰਦੇ। ਸੋ ਇਹਦਾ ਮਤਲਬ ਆ ਜੇਕਰ ਤੰਬੂ ਜਿਹੜਾ ਆ ਇਹ ਸਮਝ ਲਓ ਦਿਲ ਆ, ਸਾਡੇ ਸਰੀਰ ਦਾ ਮੰਨ ਲਓ ਦਿਲ ਜਿਹੜਾ ਇਹ ਬਾਡੀ ਦਾ ਦਿਲ ਆ, ਸਮਝ ਲਓ ਇਹ ਜਿਹੜਾ ਸੰਦੂਕ ਤੇ ਦਿਲ ਦੇ ਵਿੱਚੋਂ ਹੀ ਆ ਜਿਹੜਾ ਖੂਨ ਆ ਨਾ ਸਾਰੀ ਬਾਡੀ ਨੂੰ ਸਪਲਾਈ ਹੁੰਦਾ, ਤੇ ਦਿਲ ਹੀ ਆ ਜਿਹੜਾ ਸਾਰੀ ਬਾਡੀ ਦਾ ਗੰਦਾ ਖੂਨ ਕੀ ਕਰਦਾ ਰਹਿੰਦਾ ਆ, ਸਾਫ਼ ਕਰਦਾ ਰਹਿੰਦਾ, ਤੇ ਫਿਰ ਸਾਫ਼ ਕਰ ਕਰਕੇ ਉਹਨੂੰ ਮੈਲੇ ਨੂੰ ਸਾਫ਼ ਕਰਕੇ ਭੇਜਦਾ ਰਹਿੰਦਾ ਹੈ। ਹਾਲੇਲੂਇਆ। ਦਿਲ ਚ ਗੜਬੜ ਹੋ ਜੇ, ਬਲੌਕੇਜ ਆਉਣੀ ਸ਼ੁਰੂ ਹੋ ਜਾਂਦੀ। ਹਾਲੇਲੂਇਆ। ਸੋ ਇਸ ਲਈ ਤੰਬੂ ਦੀ ਯਾਨੀ ਕਿ ਇਹ ਚੀਜ਼ ਆ ਨਾ, ਕਈ ਵਾਰ ਆਪਾਂ ਘਰ ਦੇਖਦੇ ਹਾਂ, ਬਹੁਤ ਘਰ ਵੱਡੇ ਵੱਡੇ ਬਣੇ ਹੋਏ ਦੇਖਦੇ ਹਾਂ, ਤੇ ਉਹਦੇ ਚ ਮੰਜੇ ਬਾਣ ਵਾਲੇ ਰੱਖੇ ਹੁੰਦੇ ਆ। ਕਿਹੜੇ ਮੰਜੇ? ਬਾਣ ਵਾਲੇ, ਤੇ ਚਾਦਰ ਵੀ ਉਹਦੇ ਉੱਤੇ ਪਾਈ ਹੁੰਦੀ ਹੈ ਹਨਾ। ਸੋ ਕੋਈ ਕੁਛ ਨਹੀਂ ਉੱਥੇ ਹੁੰਦਾ। ਇਹਦਾ ਮਤਲਬ ਏਡੇ ਵੱਡੇ ਘਰ ਬਣਾਏ ਦਾ ਕੀ ਫਾਇਦਾ? ਜੇ ਘਰ ਮੰਨ ਲਓ ਘਰ ਏਦਾਂ ਦਾ ਬਣਾਉਣਾ ਆ ਤੇ ਫਰਨੀਚਰ ਵੀ ਕਿੱਦਾਂ ਦਾ ਚਾਹੀਦਾ? ਏਦਾਂ ਦਾ ਚਾਹੀਦਾ ਜਿਹੜਾ ਉਹਦੇ ਨਾਲ ਢੁਕਦਾ ਹੋਵੇ। ਹਾਲੇਲੂਇਆ। ਸੋ ਇਸੇ ਪ੍ਰਕਾਰ ਅਗਰ ਤੰਬੂ ਦੇ ਵਿੱਚ ਸੰਦੂਕ ਨਾ ਹੋਵੇ ਤੇ ਤੰਬੂ ਦੀ ਕੋਈ ਵੈਲਿਊ ਹੈਗੀ ਨਹੀਂ। ਆ ਜਿਹੜਾ ਤੰਬੂ ਆ ਕਾਲਾ ਕਮਰਾ ਆ, ਇਹਦੀ ਅਤੀ ਪਵਿੱਤਰ ਥਾਂ ਚ ਜਿੱਥੇ ਆ ਬੱਦਲ ਦਾ ਥੰਮ ਅੰਦਰ ਨੂੰ ਜਾ ਰਿਹਾ, ਉਸ ਕਮਰੇ ਵਿੱਚ ਇੱਥੇ ਅੱਗੇ ਕੀ ਪਿਆ ਭਲਾ? ਸੰਦੂਕ ਪਿਆ ਕਮਰੇ ਦੀ ਸਪੇਸ। ਹਾਲੇਲੂਇਆ। ਆਜੋ ਇੱਥੇ ਇੱਕ ਕਿੱਕਰ ਦਾ ਬਣਿਆ ਹੈ, ਬਾਅਦ ਚ ਜਾ ਕੇ ਦੇਖਾਂ। ਇਹ ਕਿੱਕਰ ਦੀ ਲੱਕੜ ਆ। ਕਿੱਕਰ ਦੇਖੀ ਤੁਸੀਂ ਬੜਾ ਚਾਲਾ ਵਾਲੀ ਹੁੰਦੀ, 16 ਲੱਗੀਆਂ ਹੁੰਦੀਆਂ, ਸਿੱਧੀ ਸੁੱਧੀ ਹੁੰਦੀ ਨਹੀਂ, ਪਰ ਖੁਦਾ ਨੇ ਕਿਹੜੀ ਚੁਣੀ? ਇਹਦੇ ਵਾਸਤੇ ਇੱਥੇ ਇਹਦਾ ਸੰਦਰਭ ਕੁਛ ਹੋ ਰਿਹਾ ਜਦੋਂ ਸੰਦੂਕ ਚ ਦੇਖਣਾ ਆ। ਪਰ ਇਹ ਜਿਹੜੇ ਫੱਟੇ ਲੱਗੇ ਸੀਗੇ ਕਮਰੇ ਨੂੰ, ਜਿਹੜੇ ਜਾਚਕਾਂ ਦਾ ਪ੍ਰਤੀਕ ਸੀਗੇ ਹਨਾ, ਸੇਵਕਾਂ ਦਾ ਪ੍ਰਤੀਕ ਸੀਗੇ, ਜਿਹੜੇ ਫੱਟੇ ਆ ਉਹ ਜਿਹੜੇ ਕੱਢੇ ਗਏ ਏਡੇ ਵੱਡੇ ਫੱਟੇ, ਉਹ ਵੀ ਕਿੱਕਰ ਦੇ ਵਿੱਚੋਂ ਸੀਗੇ। ਕਿੱਕਰ ਦਾ ਮਤਲਬ ਆ ਇਹ ਸੂਲਾਂ ਵਾਲੀ ਲੱਕੜ ਆ, ਬਾਲਛਲ ਵਾਲੀ ਲੱਕੜ ਆ। ਅਸੀਂ ਵੀ ਪਾਪ ਦੀਆਂ ਸੂਲਾਂ ਦੇ ਨਾਲ ਬਿੰਨੇ ਪਏ ਸੀਗੇ। ਸਾਨੂੰ ਰੰਗ ਛੰਦ ਕੇ ਜਿਹੜਾ ਦੁਨੀਆ ਦੇ ਕਾਰੀਗਰ ਕਹਿੰਦੇ ਸੀ ਇਹਦੇ ਬਾਲਛਲ ਜਾ ਸਕਦੇ ਨਹੀਂ, ਇਹਦੇ ਚੋਂ ਕੰਡੇ ਜਾ ਸਕਦੇ ਨਹੀਂ, ਪਰ ਖੁਦਾ ਨੇ ਕਾਰੀਗਰਾਂ ਨੂੰ ਬੁੱਧ ਦਿੱਤੀ, ਉਹਨਾਂ ਨੇ ਉਹਦੇ ਚੋਂ ਪੱਟੇ ਕੱਢ ਕੇ ਬਣਾ ਦਿੱਤੇ। ਹਾਲੇਲੂਇਆ। ਹਾਲੇਲੂਇਆ। ਸਾਡੀ ਜ਼ਿੰਦਗੀ ਇਦਾਂ ਦੀ ਸੀ ਪਹਿਲੇ ਟਾਈਮ, ਪਰ ਇੱਥੇ ਆਪਾਂ ਤੰਬੂ ਨੂੰ ਕੁਝ ਹੋਰ, ਜਿਹੜਾ ਸੰਦੂਕ ਹੈ ਇਹਨੂੰ ਕੁਝ ਹੋਰ ਨਜ਼ਰੀਏ ਨਾਲ ਦੇਖਾਂਗੇ। ਅਗਰ ਤੰਬੂ ਵਿੱਚ ਸੰਦੂਕ ਨਾ ਹੋਵੇ ਤਾਂ ਕੋਈ ਵੈਲਿਊ ਨਹੀਂ। ਨੰਬਰ 3 ਇਸ ਵਿੱਚ ਦੋ ਚੀਜ਼ਾਂ ਹਨ। ਤੰਬੂ ਹੁਣ ਮਿਲਾਪ ਦੇ ਤੰਬੂ ਦੇ ਅਤੀ ਪਵਿੱਤਰ ਸਥਾਨ ਵਿੱਚ ਕੀ ਪਿਆ ਆ? ਸੰਦੂਕ। ਗਾਂ ਸੰਦੂਕ ਦੇ ਵਿੱਚ ਵੀ ਕੁਝ ਚੀਜ਼ਾਂ। ਹਾਲੇਲੂਇਆ। ਸੰਦੂਕ ਦੇ ਵਿੱਚ ਵੀ ਕੁਝ ਚੀਜ਼ਾਂ। ਇਹਦਾ ਮਤਲਬ ਦਿਲ ਆ, ਤੇ ਕੱਲਾ ਦਿਲ ਹੀ ਨਹੀਂਗਾ, ਮਾਸ ਦਾ ਟੁਕੜਾ ਨਹੀਂਗਾ, ਉਹਦੇ ਅੰਦਰ ਫੰਕਸ਼ਨ ਆ, ਪੰਪ ਕਰਨ ਵਾਲਾ ਨਾ ਸਿਸਟਮ ਆ, ਪੂਰਾ ਇੰਜਣ ਆ। ਹਾਲੇਲੂਇਆ। ਸੋ ਇਸ ਵਿੱਚ ਦੋ ਚੀਜ਼ਾਂ ਹਨ, ਪ੍ਰਾਚੀ ਦਾ ਢੱਕਣ ਅਤੇ ਸੰਦੂਕ। ਹਾਂ, ਪ੍ਰਾਚੀ ਦਾ ਢੱਕਣ ਅਤੇ ਸੰਦੂਕ। ਕਿੰਨੀਆਂ ਚੀਜ਼ਾਂ ਇਹਦੇ ਵਿੱਚ ਆ? ਹਾਂ, ਇਹ ਦੋ ਹਿੱਸਿਆਂ ਵਿੱਚ ਹੈ, ਯਾਨੀ ਕਿ ਸੰਦੂਕ। ਇੱਕ ਤਾਂ ਸੰਦੂਕ ਆ, ਇੱਕ ਉਹਦੇ ਤੇ ਐਕਸਟਰਾ ਕੀ ਆ? ਢੱਕਣ ਜਿਹੜਾ ਰੱਖਿਆ ਸੀ, ਜਿੱਤੇ ਕਰੂਬਾਂ ਦੇ ਬਾਰੇ ਕਿਹਾ ਸੀਗਾ। ਉਹਨਾਂ ਦੇ ਖੰਭ ਕਿਉਂ ਹੋਣੇ ਆ? ਆਪਸ ਵਿੱਚ ਮਿਲੇ ਹੋਣੇ, ਤੇ ਕਰੂਬਾਂ ਦੇ ਮੂੰਹ ਕਿੱਧਰ ਹੋਣੇ ਆ? ਥੱਲੇ ਨੂੰ ਹੋਣੇ ਆ। ਏਦਾਂ ਖੰਭ ਜੁੜੇ ਹੋਣੇ, ਮੂੰਹ ਕਰੂਬਾਂ ਦੇ ਥੱਲੇ ਨੂੰ ਹੋਣੇ। ਏਦਾਂ ਸਿਰਿਆਂ ਤੋਂ ਉਹਨਾਂ ਨੂੰ ਕਿਉਂ ਨਾ ਰੱਖਿਆ? ਉਹਨਾਂ ਮੈਂ ਬਸ ਤੁਹਾਨੂੰ ਤਸਵੀਰ ਦਿੰਦਾ। ਹਾਲੇਲੂਇਆ। ਸੋ ਇਹਦੇ ਵਿੱਚ ਦੋ ਚੀਜ਼ਾਂ ਆ। ਉਹ ਕਿਹੜੀਆਂ ਕਿਹੜੀਆਂ ਆ?
ਪ੍ਰਾਚੀਨ ਦਾ ਢੱਕਣਿਆ ਅਤੇ ਸੰਦੂਕ, ਦੋ ਹਿੱਸਿਆਂ ਵਿੱਚ ਹੈ ਨਾ। ਔਰ ਨੰਬਰ 3 4 ਦੋ ਚੀਜ਼ਾਂ ਹੋਣ ਦੇ ਬਾਵਜੂਦ ਵੀ ਚੀਜ਼ ਇੱਕ ਹੀ ਹੈ। ਸਾਰੇ ਨੂੰ ਇਕੱਠੇ ਨੂੰ ਕਰਕੇ ਵੀ ਕੀ ਕਿਹਾ ਜਾਂਦਾ ਆ? ਸੰਦੂਕ, ਵਾਚਾ ਦਾ ਸੰਦੂਕ। ਚੀਜ਼ਾਂ ਦੋ ਆ ਪਰ ਦੋ ਦੇ ਬਾਵਜੂਦ ਵੀ ਕੀ ਆ? ਇੱਕ। ਗਾਂ ਜਾ ਕੇ ਦੋਨਾਂ ਨੂੰ ਆਪਾਂ ਦੇਖ ਲਾਂਗੇ ਕੀ ਆ, ਥੱਲੇ ਕੀ ਆ ਤੇ ਉੱਪਰਲਾ ਢੱਕਣ ਕੀ ਹੈ। ਨੰਬਰ 5 ਸੰਦੂਕ ਕਿੱਕਰ ਦੀ ਲੱਕੜੀ ਦਾ ਹੈ ਜੋ ਅੰਦਰ ਬਾਹਰ ਸੋਨੇ ਨਾਲ ਮੜੀ ਹੋਈ ਹੈ। ਕਿੱਕਰ ਦੀ ਲੱਕੜੀ ਦਾ ਸੰਦੂਕ ਆ ਤੇ ਸੰਦੂਕ ਦੇ ਜਿੱਥੇ ਵੀ ਲੱਕੜ ਲੱਗੀ ਹੋਈ ਉਹ ਅੰਦਰੋਂ ਬਾਹਰੋਂ ਕਾਹਦੇ ਨਾਲ ਮੜੀ ਹੋਈ ਆ? ਸੋਨੇ ਦੀਆਂ ਚਾਦਰਾਂ ਦੀਆਂ, ਸ਼ੀਟਾਂ ਦੇ ਨਾਲ। ਜਿਹੜਾ ਸੰਦੂਕ ਦਾ ਥੱਲਾ ਹਿੱਸਾ ਆ ਉਹ ਉਹਦੇ ਚ ਜਿੰਨੀ ਵੀ ਲੱਕੜ ਲੱਗੀ ਹੋਈ ਹੈ, ਲੱਕੜ ਆਰ ਪਾਰ ਕੀ ਹੈ ਭਲਾ? ਯਾਨੀ ਕਿ ਲੱਕੜ ਵਿੱਚ ਦੇਦੀ ਉਹਨੂੰ ਕਾਹਦੇ ਨਾਲ ਢਕਿਆ ਪਿਆ ਆ? ਸੋਨੇ ਨਾਲ। ਹਾਂ, ਤੇ ਪਰ ਜਿਹੜਾ ਢੱਕਣ ਆ ਉਹਦੇ ਬਾਰੇ ਲਿਖ ਲਓ। ਨੰਬਰ ਕਿੰਨਾ? 6। ਪ੍ਰਾਚੀ ਦਾ ਢੱਕਣ ਪੂਰੇ ਸੋਨੇ ਦਾ ਆ। ਆੜਾ ਢੱਕਣ ਹੈ ਨਾ, ਜਿੱਦਾਂ ਆੜਾ ਢੱਕਣ ਆ, ਇਹਦੇ ਵਿੱਚ ਲੱਕੜ ਨਹੀਂ। ਇਹ ਸਾਰੀ ਸ਼ੀਟ ਕਿੰਨੇ ਦੀ ਆ ਭਲਾ? ਸੋਨੇ ਦੀ ਆ। ਔਰ ਇਹ ਬਹੁਤ ਹੈਵੀ ਸੀਗਾ, ਮਣਾ ਦੇ ਹਿਸਾਬ ਨਾਲ ਇਹਦਾ ਹਿਸਾਬ ਆਪਣਾ ਵਜਨ ਸੀਗਾ। ਔਰ ਇਸੇ ਲਈ ਇਹਨੂੰ ਜਿਹੜੇ ਇਹਦੇ ਚ ਜਦੋਂ ਸਾਈਡ ਤੇ ਛੱਲੇ ਲੱਗੇ ਸੀ ਉਹਨਾਂ ਚ ਡੰਡਾ ਪਾ ਕੇ ਦੋਨਾਂ ਪਾਸਿਓਂ ਤੇ ਉਹਨੂੰ ਜਿੱਦਾਂ ਉਹ ਚੱਕੀ ਦੀ ਹੁੰਦੀ ਡੋਲੀ, ਉਸ ਪ੍ਰਕਾਰ ਇਹਨੂੰ ਕੀ ਕਰਦੇ ਸੀਗੇ? ਚੱਕਦੇ ਸੀ। ਪਰ ਇਹਦੇ ਚ ਜਿਹੜਾ ਡੰਡਾ ਜਾਂਦਾ ਸੀਗਾ, ਡੰਡਾ ਵੀ ਲੱਕੜ ਦਾ ਸੀਗਾ ਕਿੱਕਰ ਦੀ ਦਾ, ਪਰ ਸੋਨੇ ਦੇ ਨਾਲ ਉਹ ਵੀ ਮੜਿਆ ਪਿਆ ਸੀ। ਹਾਲੇਲੂਇਆ। ਚਲੋ ਇਹਨਾਂ ਚੀਜ਼ਾਂ ਨੂੰ ਹੁਣ ਆਪਾਂ ਸਿੱਖਣਾ ਹੈ। ਤੇ ਮੇਰਾ ਖਿਆਲ ਆ ਕੱਲ ਸ਼ਾਮ ਨੂੰ ਮੈਂ ਨਹੀਂ ਕਿ ਹੋਣਾ, ਤੁਸੀਂ ਹੋਣਾ ਹੈ ਆਰਾਧਨਾ ਕਰਨਾ, ਤੇ ਪਰਸੋਂ ਸ਼ਾਮ ਨੂੰ ਫਿਰ ਖੁਦਾ ਚਾਹੂਗਾ ਤੇ ਆਪਾਂ ਇਕੱਠੇ ਹੋਵਾਂਗੇ। ਪਰ ਤੁਹਾਡਾ ਕੱਲ ਦਿਨੇ ਤੁਸੀਂ ਬੰਦਗੀ ਦੀ ਕਰ ਲੈਣੀ, ਪ੍ਰਾਰਥਨਾ ਦਾ ਸਿਸਟਮ ਕੱਲ ਨੂੰ ਹੈਗੇ ਸੀ, ਕੱਲ ਦਾ ਉਦਾਂ ਹੀ ਚੱਲੂਗਾ। ਪਰਸੋਂ ਨੂੰ ਤੁਸੀਂ ਫਿਰ ਕਰ ਲੈਣਾ, ਪਰਸੋਂ ਸ਼ਾਮ ਤੱਕ ਅਸੀਂ ਆ ਜਾਣਾ, ਠੀਕ ਹੈ ਜੀ? ਯਾਦ ਰਹੂਗਾ। ਕੱਲ ਨੂੰ ਰੂਟੀਨ ਆਪਣੀ ਪ੍ਰਾਰਥਨਾ ਦੀ ਸਾਰਿਆਂ ਨੇ ਉਹਨਾਂ ਨੂੰ ਦੱਸ ਦੇਣਾ, ਆਪਣੇ ਟਾਈਮ ਸਿਰ ਆਉਣਾ ਹੈ। ਪਰਸੋਂ ਨੂੰ ਫਿਰ ਤੁਹਾਨੂੰ ਮੈਂ ਦੱਸ ਦਊਂਗਾ ਕੀ ਕਰਨਾ। ਹਾਲੇਲੂਇਆ। ਸੋ ਇਹ ਤਾਂ ਸਾਡੇ ਕੋਲ ਇੱਕ ਦਿਨ ਆਪਾਂ ਨੂੰ ਕੀ ਹੋ ਜਾਣਾ ਆ? ਮਿਲ ਜਾਣਾ ਆ ਕਿ ਆਪਾਂ ਹੋਰ ਪ੍ਰਾਰਥਨਾ ਕਰੀਏ, ਕਿਉਂਕਿ ਗੱਲਾਂ ਸਾਰੀਆਂ ਗਹਿਰੀਆਂ। ਜੇ ਪ੍ਰਾਰਥਨਾ ਤੋਂ ਬਗੈਰ ਸੁਣਨ ਦੀ ਕੋਸ਼ਿਸ਼ ਕਰਾਂਗੇ ਕੁਝ ਵੀ ਸਮਝ ਆਉਣਾ। ਹਾਲੇਲੂਇਆ। ਕਿਉਂਕਿ ਪਵਿੱਤਰ ਆਤਮਾ ਦੀ ਮੱਸੇ ਤੋਂ ਬਗੈਰ ਆਪਾਂ ਕੁਝ ਵੀ ਸਿੱਖ ਸਕਦੇ। ਪਰ ਮੈਂ ਉਮੀਦ ਕਰਦਾ ਤੁਹਾਨੂੰ ਕੁਝ ਗੱਲਾਂ ਨੇ ਛੂਇਆ ਆ, ਤੁਹਾਡੇ ਅੰਦਰ ਭੁੱਖ ਪੈਦਾ ਹੋਈ ਆ। ਤੇ ਭੁੱਖ ਪੈਦਾ ਹੋਈ ਆ ਤਾਂ ਦੁਆ ਦੇ ਨਾਲ ਆਉਣਾ ਆ। ਹਾਲੇਲੂਇਆ। ਆਪਣੇ ਆਪਣੇ ਦਿਲ ਤੇ ਖੁਦਾਵੰਦ ਖੁਦਾ ਤੇਰੀ ਤਾਰੀਫ ਹੋ, ਧੰਨਵਾਦ ਹੋ ਅੱਜ ਅੱਛੇ ਸਮੇਂ ਦੀ ਇਹਨਾਂ ਚੁਣੇ ਹੋਏ ਤੇਰੇ ਬੱਚਿਆਂ ਲਈ ਜਿਨ੍ਹਾਂ ਨੂੰ ਭੁੱਖ ਲੱਗੀ ਤੈਨੂੰ ਜਾਣਨ ਦੀ। ਪ੍ਰਭੂ ਜਲੰਧਰ ਚ ਕਿੰਨੇ ਮਸੀਹੀ ਆ ਆਪਣੀਆਂ ਖੁਦੀਆਂ ਦੇ ਵਿੱਚ ਜੀਵਨ ਬਤੀਤ ਕਰ ਰਹੇ ਆ। ਇਸ ਟਾਈਮ ਵੀ ਬੈਠੇ ਹੋਣੇ ਟੈਲੀਵਿਜ਼ਨ ਦੇ ਅੱਗੇ, ਚੁਗਲੀਆਂ ਕਰਨ ਪਏ ਹੋਣੇ, ਘਰਾਂ ਚ ਲੜਾਈ ਝਗੜੇ ਕਰਦੇ ਹੋਣੇ, ਨਸ਼ੇ ਕਰ ਰਹੇ ਹੋਣੇ ਆ, ਕਈ ਕੁਛ ਕਰ ਰਹੇ ਹੋਣੇ ਆ। ਪਰ ਇਹਨਾਂ ਬੱਚਿਆਂ ਨੂੰ ਸੁਭਾਗੇ ਦਿੱਤਾ ਜਲੰਧਰ ਵਿੱਚ ਕਿ ਤੂੰ ਉਹ ਤੇਰੀ ਵਚਨ ਨੂੰ ਰੋਜ਼ ਸੁਣ ਔਰ ਰੋਜ਼ ਇੱਥੇ ਆ ਕੇ ਪ੍ਰਾਰਥਨਾ ਕਰ ਸਕਦਾ। ਇਹਨਾਂ ਚੁਣੇ ਹੋਏ ਪਾਤਰਾਂ ਲਈ ਤੇਰਾ ਧੰਨਵਾਦ ਪ੍ਰਭੂ। ਜਦੋਂ ਇਹਨਾਂ ਨੇ ਆਪਣੇ ਆਪ ਨੂੰ ਤੇਰੇ ਹੱਥ ਵਿੱਚ ਸੌਂਪਿਆ ਤੂੰ ਪੂਰੀ ਤਰ੍ਹਾਂ ਧੋ ਦੇਣਾ, ਵੱਡੀ ਕਿਰਪਾ ਕਰਨਾ, ਵਧੀਆ ਪਾਤਰ ਬਣਾ ਕੇ ਇੱਕ ਖੁਦਾਵੰਦ ਇਸ ਇਲਾਕੇ ਚ ਇਸਤੇਮਾਲ ਕਰਨਾ, ਰਹਿਮ ਕਰਨਾ ਪ੍ਰਭੂ ਯਿਸੂ ਮਸੀਹ ਨਾਮ ਚ। ਹੁਣ ਸਾਡੇ ਖੁਦਾਵੰਦ ਦਾ ਫਜ਼ਲ, ਬਾਪ ਦੀ ਮੁਹੱਬਤ, ਪਵਿੱਤਰ ਆਤਮਾ ਦੀ ਬਖਸ਼ਿਸ਼ ਕੌਣ ਤੋਂ ਲੈ ਕੇ ਹਮੇਸ਼ਾ ਤੱਕ ਸਭ ਇਮਾਨਦਾਰਾਂ ਕੋ ਸਹਿ ਨਾਲ ਨਾਮ ਦੀ ਰਵੇ। ਆਮੀਨ। ਹਾਲੇਲੂਇਆ।